सारे विद्यार्थियों ਨੂੰ सत श्री अकाल, सभी को नमस्कार, गुड आफ्टरनून ऑल। विद्यार्थियों, मेरा नाम गुरलाल सिंह मान है। मैं पंजाबी यूनिवर्सिटी पटियाला ਦੇ ਵਿੱਚ PhD ਕਰ ਰਿਹਾ ਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਵਿਸ਼ਾ ਪੜ੍ਹਾ ਰਿਹਾ ਯੂਨੀਵਰਸਿਟੀ ਦੇ ਵਿੱਚ ਵੀ ਤੇ ਅਲੱਗ-ਅਲੱਗ ਕੰਪੀਟੀਟਿਵ ਲੈਵਲ ਤੇ ਵੀ PSTET ਹੋਵੇ, CTET ਹੋਵੇ, ਮਾਸਟਰ ਕੇਡਰ ਹੋਵੇ, ਲੈਕਚਰਰ ਕੇਡਰ, UGC ਨੈਟ ਤਾਂ ਸਾਰੇ ਵਿਸ਼ਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਦਾ ਪੇਪਰ ਹੁੰਦਾ ਉੱਥੇ ਪੰਜਾਬੀ ਵਿਆਕਰਨ, ਪੰਜਾਬੀ ਭਾਸ਼ਾ ਮੈਂ ਕਾਫੀ ਸਮੇਂ ਤੋਂ ਪੜ੍ਹਾ ਰਿਹਾ। ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ PSTET ਪਾਸ ਕਰ ਚੁੱਕੇ ਆ, CTET ਪਾਸ ਕਰ ਚੁੱਕੇ ਆ। ਬਹੁਤ ਸਾਰੇ ਵਿਦਿਆਰਥੀ ਮਾਸਟਰ ਕੇਡਰ ਪਾਸ ਕਰਕੇ ਅਧਿਆਪਕ ਲੱਗ ਚੁੱਕੇ, ITT ਕੇਡਰ ਪਾਸ ਕਰ ਚੁੱਕੇ ਆ ਤੇ ਉਹਨਾਂ ਦੀ ਸਕੂਟਰਿੰਗ ਬਾਕੀ ਹੈਗੀ ਆ। PSTET ਜਿਹੜਾ ਹੈਗਾ, CTET, PSTET, ਤੁਹਾਡਾ HTET ਤੇ REET, ਇਹਨਾਂ ਵਿਸ਼ਿਆਂ ਦੇ ਵਿੱਚ ਜਦੋਂ ਵੀ ਪੰਜਾਬੀ ਜਿਹੜੀ ਆਉਂਦੀ ਰਹੀ ਹੈ ਜਾਂ ਪੰਜਾਬੀ ਆ ਰਹੀ ਹੈ ਉੱਥੇ ਮੈਂ ਹਰ ਪੱਧਰ ਤੇ ਜਿਹੜਾ ਵਿਦਿਆਰਥੀ ਨੂੰ ਪੰਜਾਬੀ ਪੜ੍ਹਾਈ ਹੈ, ਚਾਹੇ ਉਹ ਪੰਜਾਬੀ ਪੈਡਾਗੋਜੀ ਹੋਵੇ ਜਿਹਨੂੰ ਅਸੀਂ ਪੰਜਾਬੀ ਸਿੱਖਿਆ ਸ਼ਾਸਤਰ ਵੀ ਬੋਲ ਦਿੰਦੇ ਹਾਂ, ਚਾਹੇ ਉਹ ਪੰਜਾਬੀ ਪਾਠ ਪੁਸਤਕਾਂ ਦੇ ਆਧਾਰ ਤੇ ਪੰਜਾਬੀ ਦੇ ਸਵਾਲ ਹੋਣ, ਸਿਲੇਬਸ ਦੇ ਆਧਾਰ ਤੇ ਪੰਜਾਬੀ ਦੇ ਸਵਾਲ ਹੋਣ, ਚਾਹੇ ਉਹ ਪੰਜਾਬੀ ਵਿਆਕਰਨ ਦੇ ਆਧਾਰ ਤੇ ਪੰਜਾਬੀ ਦੇ ਸਵਾਲ ਹੋਣ। ਇੱਕ ਵਾਰ ਫਿਰ ਤੁਹਾਡਾ ਅਚੀਵਰਸ ਅਕੈਡਮੀ ਦੇ YouTube ਚੈਨਲ ਤੇ ਸਵਾਗਤ ਹੈ, ਵੈਲਕਮ ਤੁਹਾਡਾ। ਤੇ ਅੱਜ ਮੈਂ ਤੁਹਾਡੇ ਸਾਹਮਣੇ HTET ਦੇ ਸੰਬੰਧੀ ਇੱਕ ਵੀਡੀਓ ਲੈ ਕੇ ਆਇਆ। ਆਪਾਂ ਡਿਸਕਸ ਕਰਾਂਗੇ ਕਿ HTET 2023 ਦਾ ਜਿਹੜਾ ਉਹਨਾਂ ਨੇ ਸਿਲੇਬਸ ਬਦਲਿਆ ਹੈਗਾ, ਚੇਂਜ ਕੀਤਾ ਹੈਗਾ। ਕੱਲ ਹੀ ਇੱਕ ਨਵਾਂ ਸਿਲੇਬਸ ਆਇਆ HTET ਦਾ ਕਿ ਜਿਸ ਤਰ੍ਹਾਂ ਪਹਿਲਾਂ ਪੈਟਰਨ ਸੀਗਾ ਫੋਲੋ ਕੀਤਾ ਜਾਂਦਾ ਸੀਗਾ HTET ਦਾ, ਉਹਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਨੇ ਜਿਹਦੇ ਵਿੱਚੋਂ ਤੁਹਾਡੀਆਂ ਜਿਹੜੀਆਂ ਚੇਂਜਸ ਹੈਗੀਆਂ ਨੇ ਉਹ ਲੈਂਗੁਏਜ ਦੇ ਵਿੱਚ ਹਿੰਦੀ ਦੇ ਵਿੱਚ ਵੀ ਨੇ, ਇੰਗਲਿਸ਼ ਦੇ ਵਿੱਚ ਵੀ ਨੇ, ਪੈਡਾਗੋਜੀ ਦੇ ਵਿੱਚ ਵੀ ਨੇ। ਇਸੇ ਤਰ੍ਹਾਂ ਹਰ ਸਬਜੈਕਟ ਦਾ ਜਿਹੜਾ ਪੇਪਰ ਹੋਣਾ ਸਪੈਸੀਫਿਕ ਜਿਹੜਾ ਸਬਜੈਕਟ ਹੈਗਾ, ਚਾਹੇ ਸਾਇੰਸ ਹੈ, ਮੈਥ ਹੈ, ਚਾਹੇ ਪੰਜਾਬੀ ਹੈ, ਹਿਸਟਰੀ ਹੈ, ਹਰ ਇੱਕ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਜਿਹੜੀ ਉਹ ਵੇਖੀ ਜਾ ਰਹੀ ਹੈ। ਤੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਹੈਰਾਨ ਹੋ ਰਹੇ ਆ ਜਾਂ ਕਹਿ ਲਈਏ ਕਿ ਉਹਨਾਂ ਨੂੰ ਘਬਰਾਹਟ ਹੋ ਰਹੀ ਹੈ ਕਿ ਅਸੀਂ ਤਾਂ ਜਿਹੜਾ ਕਹਿ ਲਈਏ ਕਿ ਨਵਾਂ ਸਿਲੇਬਸ ਅਸੀਂ ਕਿਵੇਂ ਕਰਾਂਗੇ, ਕੀ ਅਸੀਂ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ। ਤਾਂ ਮੈਂ ਤੁਹਾਨੂੰ ਪਹਿਲਾਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਵੀ ਕਿਸਮ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਕੋਈ ਵੀ ਜੱਗੋ ਤੇਰਵੀਂ ਚੀਜ਼ ਜਿਹੜੀ ਉਹ ਐਡ ਨਹੀਂ ਹੋਈ। ਲਗਭਗ ਤੁਹਾਡੇ ਜਿਹੜਾ ਕਹਿ ਲਈਏ ਕਿ ਪੜ੍ਹਿਆ ਪੜ੍ਹਾਇਆ ਚੀਜ਼ਾਂ ਹੀ ਨੇ। ਅਸੀਂ ਸਿਰਫ ਇੱਕ ਵਿਸ਼ੇਸ਼ ਕਿਸਮ ਦੀ ਡਾਇਰੈਕਸ਼ਨ ਤੋਂ, ਵੱਖਰੇ ਐਂਗਲ ਤੋਂ ਅਸੀਂ ਚੀਜ਼ਾਂ ਨੂੰ ਪੜ੍ਹਨਾ। ਤਾਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ ਸਿਲੇਬਸ ਦੇ ਵਿੱਚ ਕੀ ਕੁਝ ਬਦਲਾਅ ਆਇਆ, ਨਵਾਂ ਸਿਲੇਬਸ ਕੀ ਹੈਗਾ, ਠੀਕ ਹੈ, ਕੀ ਕੁਝ ਬਦਲਿਆ ਹੈ ਤੇ ਕੀ ਕੁਝ ਅਸੀਂ ਪੜ੍ਹਾਂਗੇ। ਇਹ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਮੋਟਾ ਡਿਟੇਲ ਦੇ ਵਿੱਚ ਜਾਵਾਂਗੇ ਜਿੱਥੇ ਜਿੱਥੇ ਜ਼ਰੂਰਤ ਹੋਈ ਕਿ ਪਾਠ ਪੁਸਤਕਾਂ ਦੇ ਵਿੱਚੋਂ ਕੀ ਆਊਗਾ ਤੇ ਕੀ ਨਵਾਂ ਐਡ ਕੀਤਾ ਗਿਆ, ਕੀ ਉਹਦੇ ਵਿੱਚੋਂ ਕੱਢਿਆ ਗਿਆ। ਤੇ ਮੈਂ ਤੁਹਾਨੂੰ ਇੱਕ ਗੱਲ ਦਾ ਦਾਅਵਾ ਕਰਦਾ, ਇਹ ਕੋਈ ਐਵੇਂ ਦੀ ਗੱਲ ਨਹੀਂ ਹੈਗੀ। ਸਾਡਾ ਇਸ ਗੱਲ ਤੇ ਵਿਸ਼ਵਾਸ ਹੈ ਕਿ ਜੇ ਤੁਸੀਂ ਸਮਾਰਟ ਵਰਕ ਕਰੋਗੇ, ਠੀਕ ਆ, ਆਪਾਂ ਦੋਵੇਂ ਤਰ੍ਹਾਂ ਰਲ ਕੇ ਮਿਹਨਤ ਕਰਾਂਗੇ ਤਾਂ ਮੇਰੀ ਗਰੰਟੀ ਹੈ ਕਿ ਤੁਸੀਂ 60 ਦੇ ਵਿੱਚੋਂ 60 ਨੰਬਰ ਲੈ ਜਾਓਗੇ ਹਰ ਹਾਲਤ। ਕਿਉਂਕਿ ਇਹਦੇ ਵਿੱਚ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਹੈ। ਕੁਝ ਚੀਜ਼ਾਂ ਨਵੀਆਂ ਜ਼ਰੂਰ ਨੇ, ਪੜ੍ਹਨੀਆਂ ਜ਼ਰੂਰ ਪੈਣੀਆਂ ਨੇ, ਸਮਝਣੀਆਂ ਜ਼ਰੂਰ ਪੈਣੀਆਂ, ਟਾਈਮ ਜ਼ਰੂਰ ਲੈਣਾ ਪੈਣਾ। ਕਿਉਂਕਿ ਤੁਸੀਂ ਦੇਖੋ ਕਿ ਜਿਹੜਾ 60 ਨੰਬਰ ਤੁਹਾਡੇ ਸਬਜੈਕਟ ਦੇ ਹੈਗੇ ਆ ਉਹ ਬਹੁਤ ਸਕੋਰਿੰਗ ਨੇ, ਠੀਕ ਹੈ। ਤੁਸੀਂ 150 ਦੇ ਵਿੱਚੋਂ ਜਿਹੜਾ 90 ਨੰਬਰ ਤੁਸੀਂ ਲੈਣੇ ਆ, ਜਿਹੜਾ ਪ੍ਰਤੀਸ਼ਤ ਦਿੱਤੀ ਹੋਈ ਹੈ 60%, ਅਲੱਗ-ਅਲੱਗ ਜਿਹੜੇ ਨੰਬਰ ਡਿਸਾਈਡ ਹੁੰਦੇ ਆ, ਐਵਰੇਜ ਕਿ 90% ਹੈ, ਕੋਈ 82 ਹੈ, ਕੋਈ ਕਿਸ ਤਰ੍ਹਾਂ। ਤਾਂ ਉਹਦੇ ਵਿੱਚ 60 ਨੰਬਰ ਜਿਹੜੇ ਪੰਜਾਬੀ ਦੇ ਸਬਜੈਕਟ ਦੇ ਹੁੰਦੇ ਨੇ ਬਹੁਤ ਮਾਇਨਾ ਰੱਖਦੇ ਆ ਤੇ ਬਹੁਤ ਸਾਰੇ ਵਿਦਿਆਰਥੀ ਇਹਨਾਂ 60 ਨੰਬਰਾਂ ਦੇ ਬੇਸ ਤੇ ਜਿਹੜਾ ਆਪਣਾ ਉਹ HTET ਕੁਆਲੀਫਾਈ ਕਰ ਲੈਂਦੇ ਆ। ਤੇ ਦੂਸਰੀ ਗੱਲ ਹੈ ਕਿ ਪੰਜਾਬੀ ਦੇ ਲਈ ਇੱਕ ਇਹ ਵੀ ਖੁਸ਼ਖਬਰੀ ਦੀ ਗੱਲ ਹੈਗੀ ਆ ਕਿ ਜਿਹੜਾ ਹੁਣ ਲੇਟੈਸਟ TGT ਪੰਜਾਬੀ ਦੀਆਂ ਜਿਹੜੀਆਂ ਪੋਸਟਾਂ ਵੀ ਆਈਆਂ ਹੋਈਆਂ ਨੇ, ਠੀਕ ਹੈ, 104 ਜਿਨ੍ਹਾਂ ਤੇ ਭਰਤੀ ਹੋਣ ਜਾ ਰਹੀ ਹੈ, ਜਿਨ੍ਹਾਂ ਦੀ ਤਿਆਰੀ ਚੱਲਦੀ ਪਈ ਹੈ, ਠੀਕ ਹੈ। ਤਾਂ ਕਰਕੇ ਜਿਹੜਾ HTET ਹੈਗਾ ਉਹ ਵਿਦਿਆਰਥੀਆਂ ਨੂੰ ਦੇਣਾ ਵੀ ਬਣਦਾ ਤਾਂ ਕਿ ਭਵਿੱਖ ਦੇ ਵਿੱਚ ਜਦੋਂ ਵੀ ਕੋਈ ਮੌਕਾ ਆਵੇ ਤਾਂ ਉਹ ਪੰਜਾਬੀ ਅਧਿਆਪਕ ਲੱਗ ਸਕਣ। ਚਲੋ ਆਪਾਂ ਸ਼ੁਰੂ ਕਰਦੇ ਹੈਗੇ ਹਾਂ HTET ਪੰਜਾਬੀ ਦਾ ਜਿਹੜਾ ਸਿਲੇਬਸ ਹੈਗਾ ਕਿ ਉਹਦੇ ਵਿੱਚ ਕੀ ਕੁਝ ਹੋਊਗਾ। ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜਾ ਅਫੀਸ਼ੀਅਲ ਨੋਟਿਸ ਆਇਆ ਆਪਾਂ ਉਹਦੇ ਵੱਲ ਚੱਲਦੇ ਹਾਂ। ਦੇਖੋ, ਲੈਵਲ 2 ਦਾ ਜਿਹੜਾ ਹੈਗਾ ਇਹਨਾਂ ਨੇ ਲਿਖਿਆ ਹੋਇਆ TGT ਦੇ ਵਿੱਚ ਤੁਹਾਡਾ ਬਾਕੀ ਪੈਟਰਨ ਤਾਂ ਸੇਮ ਹੀ ਹੈ। ਪੈਟਰਨ ਦਾ ਮਤਲਬ ਕਿ ਜੋ ਵਿਸ਼ਿਆਂ ਦੀ ਵੰਡ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਨਾ। ਉਸੇ ਤਰ੍ਹਾਂ ਪੈਡਾਗੋਜੀ ਦੇ 30 ਨੰਬਰ ਆਉਣੇ, ਇਸ ਤਰ੍ਹਾਂ ਲੈਂਗੁਏਜ 30 ਨੰਬਰ ਦੀ ਆਉਣੀ ਹੈ, ਹਿੰਦੀ, ਅੰਗਰੇਜ਼ੀ, ਜਿਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ। ਤੁਹਾਡੀ GS ਜਿਹੜੀ ਆਉਣੀ ਉਹ ਵੀ 30 ਨੰਬਰ ਦੀ ਆਉਣੀ ਹੈ ਤੇ ਸਬਜੈਕਟ ਦੇ ਵੀ 60 MCQ ਆਉਣੇ ਆ
ਟੋਟਲ ਜਿਹੜਾ ਤੁਹਾਡਾ 150 ਨੰਬਰ ਦਾ ਪੇਪਰ ਹੋਣਾ। ਠੀਕ ਹੈ, ਹੁਣ ਇਹਦੇ ਵਿੱਚ ਸਬਜੈਕਟ ਦੇ ਵਿੱਚ ਉਹਨਾਂ ਨੇ ਕੀ ਤਬਦੀਲੀ ਕੀਤੀ ਆ, ਆਪਣਾ ਮੁੱਦਾ ਉਹ ਹੈਗਾ, ਆਪਾਂ ਉਹਦੇ ਵੱਲ ਚੱਲਦੇ ਹਾਂ। ਤੁਸੀਂ ਦੇਖੋ ਕਿ ਜਿਹੜਾ ਇੱਥੇ ਲਿਖਿਆ ਹੋਇਆ ਜ਼ੋਰ ਦੇ ਕੇ ਇਹਨਾਂ ਨੇ ਕਿ ਟੈਸਟ ਆਈਟਮ, ਇੱਕ ਮਿੰਟ, ਹਾਂਜੀ, ਟੈਸਟ ਆਈਟਮ in subject specific will focus on the concepts, problem solving abilities and pedagogical understanding of these subject। ਤਾਂ ਇੱਥੋਂ ਦੋ ਡਿਵੀਜ਼ਨਾਂ ਜਿਹੜੀਆਂ ਬਣ ਜਾਂਦੀਆਂ ਨੇ, ਇੱਕ A ਡਿਵੀਜ਼ਨ ਹੈ ਪਹਿਲੇ ਨੰਬਰ ਦੀ, ਦੂਜੀ ਡਿਵੀਜ਼ਨ ਹੈਗੀ ਆ the test item shall be evenly distributed over the different division of the syllabus of that subject as prescribed for class 6th to 10th by Board of School Education ਹਰਿਆਣਾ। ਤਾਂ ਦੋ ਹਿੱਸਿਆਂ ਦੇ ਵਿੱਚ ਜਿਹੜਾ ਸਾਡਾ ਉਹ ਸਿਲੇਬਸ ਡਿਵਾਈਡ ਹੋ ਗਿਆ। ਪਹਿਲੇ ਹਿੱਸੇ ਦੇ ਵਿੱਚ ਜਿਹੜਾ ਸਿਲੇਬਸ ਹੈਗਾ ਉਹਨਾਂ ਨੇ ਕੀ ਐਡ ਆਨ ਕਰ ਦਿੱਤਾ ਕਿ ਦੇਖੋ ਪਹਿਲਾਂ ਤਾਂ ਨਰੋਲ ਜਿਹੜੇ ਨੇ ਨੰਬਰ ਹੈਗੇ ਉਹ 60 ਨੰਬਰ ਦਾ ਜਿਹੜਾ ਕਹਿ ਲਈਏ ਕਿ ਤੁਹਾਡੀਆਂ ਜਿਹੜੀਆਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ TGT ਜਿਹੜਾ ਹੈਗਾ ਤੁਹਾਡਾ ਲੈਵਲ 2 ਉਹਦੇ ਵਿੱਚ ਆਉਂਦੀਆਂ ਸੀ, ਮਤਲਬ ਉਹਨਾਂ ਦੇ ਵਿੱਚੋਂ ਸਵਾਲ ਆਉਂਦੇ ਸੀ। ਤੇ ਜਿਹੜਾ PGT ਹੈਗਾ ਉਹਦੇ ਵਿੱਚ ਜਿਹੜਾ ਕਹਿ ਲਈ ਕਿ 10ਵੀਂ ਤੋਂ 12ਵੀਂ ਤੱਕ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਪੰਜਾਬੀ ਦੀਆਂ ਉਹਦੇ ਵਿੱਚੋਂ ਸਵਾਲ ਆਉਂਦੇ ਸੀ। ਪਰ ਹੁਣ ਨਵਾਂ ਕੀ ਐਡ ਕੀਤਾ ਗਿਆ ਕਿ ਹਰ ਸਬਜੈਕਟ ਦੇ ਵਿੱਚ, ਮਤਲਬ ਜਿੱਦਾਂ ਹੁਣ ਆਪਣੀ ਪੰਜਾਬੀ ਹੈ ਤਾਂ ਉਹਦੇ ਵਿੱਚ ਪੰਜਾਬੀ ਪੈਡਾਗੋਜੀ ਦੇ ਜਿਹੜੇ ਸਵਾਲ ਉਹ ਪਾਏ ਜਾਣਗੇ। ਪੈਡਾਗੋਜੀ ਦੇ ਸਵਾਲ ਕਿਵੇਂ ਹੋਣਗੇ, ਉਹਦੇ ਵਿੱਚ ਕਨਸੈਪਟ ਵੀ ਪੁੱਛੇ ਜਾਣਗੇ ਕਿ ਪੈਡਾਗੋਜੀ ਦੇ ਵਿੱਚ ਕਨਸੈਪਟ ਕਿਹੜੇ ਕਿਹੜੇ ਆਉਂਦੇ ਨੇ, ਥਿਊਰੀਜ਼ ਕਿਹੜੀਆਂ ਆਉਂਦੀਆਂ ਹੈਗੀਆਂ। ਫਿਰ ਪ੍ਰੋਬਲਮ ਸੋਲਵਿੰਗ ਅਬਿਲਿਟੀਜ਼ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਵਿਦਿਆਰਥੀ ਜਿਹੜਾ ਕਹਿ ਲਈਏ ਕਿ ਸਿੱਖਦਾ ਹੈਗਾ ਤਾਂ ਸਿੱਖਣ ਦੇ ਵਿੱਚੋਂ ਕੀ ਗਲਤੀਆਂ ਕਰਦਾ, ਉਹਨਾਂ ਨੂੰ ਅਧਿਆਪਕ ਨੇ ਕਿਵੇਂ ਦਰੁਸਤ ਕਰਨਾ, ਬੱਚੇ ਨੂੰ ਕਿਵੇਂ ਮੋਟੀਵੇਟ ਕੀਤਾ ਜਾਣਾ, ਗਲਤੀਆਂ ਦੀ ਕਿਵੇਂ ਪਛਾਣ ਕਰਨੀ ਹੈ, ਰੈਮੀਡਲ ਟੀਚਿੰਗ ਕਿਵੇਂ ਹੋਣੀ ਚਾਹੀਦੀ ਹੈ। ਠੀਕ ਹੈ, ਪੈਡਾਗੋਗੀਕਲ ਅੰਡਰਸਟੈਂਡਿੰਗ ਆਫ ਦੀ ਸਬਜੈਕਟ, ਮਤਲਬ ਕਿ ਜਿਹੜਾ ਪੰਜਾਬੀ ਵਿਸ਼ਾ ਉਹਨੂੰ ਪੈਡਾਗੋਜੀ ਦੇ ਐਂਗਲ ਤੋਂ ਕਿਵੇਂ ਪੜ੍ਹਾਇਆ ਜਾਣਾ ਚਾਹੀਦਾ, ਬੱਚੇ ਦੀ ਉਮਰ ਦੇ ਮੁਤਾਬਕ ਕੀ ਕੁਛ ਤੈਅ ਕੀਤਾ ਜਾਵੇ, ਪਹਿਲੀ ਕਲਾਸ 'ਚ ਕੀ ਪੜ੍ਹਾਇਆ ਜਾਵੇ, ਦੂਜੀ ਕੀ ਪੜ੍ਹਾਇਆ ਜਾਵੇ, ਭਾਸ਼ਾ ਪੜ੍ਹਾਉਣੀ ਹੈ ਤਾਂ ਪਹਿਲਾਂ ਕੀ ਪੜ੍ਹਾਇਆ ਜਾਵੇ, ਪਿੱਛੋਂ ਕੀ ਪੜ੍ਹਾਇਆ ਜਾਵੇ, ਕਵਿਤਾ ਕਿਵੇਂ ਪੜ੍ਹਾਈ ਜਾਵੇ, ਨਾਵਲ, ਨਾਟਕ, ਇਹ ਚੀਜ਼ਾਂ ਕਿਵੇਂ ਪੜ੍ਹਾਈਆਂ ਜਾਣ। ਤਾਂ ਇਸ ਪੂਰੀ ਦੀ ਪੂਰੀ ਜਿਹੜੀ ਇਸ ਗੱਲ ਦੀ ਜਿਹੜੀ ਕਹਿ ਲਈ ਕਿ ਥਿਊਰੀ ਹੈਗੀ ਆ ਜਾਂ ਇਹਦਾ ਸਿਧਾਂਤ ਜਾਂ ਕਹਿ ਲਈ ਆਪਾਂ ਇਹਦੀ ਵਿਆਖਿਆ ਹੈਗੀ ਆ, ਉਹ ਸਾਰੀ ਇਸ ਜਿਹੜਾ ਕਹਿ ਲਈ ਕਿ ਹਿੱਸਾ ਰਹੂਗੀ। ਤੇ ਦੂਸਰਾ ਜਿਹੜਾ ਹਿੱਸਾ ਰਹੂਗਾ ਉਹ ਸਾਡਾ ਰਹੂਗਾ ਕਿਤਾਬਾਂ ਦੇ ਆਧਾਰਿਤ। ਤਾਂ ਨਵਾਂ ਜਿਹੜਾ ਉਹ ਸਿਲੇਬਸ ਐਡ ਹੋਇਆ ਉਹ ਤੁਹਾਡਾ ਪੰਜਾਬੀ ਪੈਡਾਗੋਜੀ ਦਾ ਸਿਲੇਬਸ ਐਡ ਹੋਇਆ। ਪੰਜਾਬੀ ਪੈਡਾਗੋਜੀ ਕੋਈ ਬਹੁਤੀ ਮੁਸ਼ਕਲ ਨਹੀਂ ਹੈਗੀ, ਬਸ ਧਿਆਨ ਦੇ ਨਾਲ ਥੋੜਾ ਪੜ੍ਹਨ ਵਾਲਾ ਸਬਜੈਕਟ ਹੈ। ਤੇ ਮੈਂ ਜਿਹੜਾ ਕਹਿ ਲਈਏ ਕਿ ਭਾਵੇਂ ਉਹ ਪੈਡਾਗੋਜੀ CTET ਦੇ ਵਿੱਚ ਆ ਹੀ ਹੋਵੇ ਤੇ ਭਾਵੇਂ ਉਹ ਪੈਡਾਗੋਜੀ ਇਸ ਤੋਂ ਪਹਿਲਾਂ PSTET ਦੇ ਵਿੱਚ ਆ ਰਹੀ ਹੈ ਪਿਛਲੇ ਕਈ ਸਾਲਾਂ ਤੋਂ, ਭਾਵੇਂ ਉਹ ਰੀਟ ਦੇ ਵਿੱਚ ਹੈ, ਤਿੰਨੇ ਪੱਧਰਾਂ ਤੇ ਜਿਹੜਾ ਉਹ ਪੰਜਾਬੀ ਪੈਡਾਗੋਜੀ ਤੇ ਪੰਜਾਬੀ ਵਿਆਕਰਨ ਜਿਹੜਾ ਮੈਂ ਪੜ੍ਹਾ ਚੁੱਕਾ। ਤੇ ਮੈਂ ਕਹਿਣਾ ਵੀ ਕਿੰਨੀ ਜਿਹੜਾ ਕਹਿ ਲਈਏ ਕਿ ਹਜ਼ਾਰਾਂ ਦੀ ਗਿਣਤੀ ਜਿਹੜੇ ਵਿਦਿਆਰਥੀ ਹੈਗੇ ਆ ਉਹ ਟੈਸਟ ਜਿਹੜੇ ਕੁਆਲੀਫਾਈ ਕਰ ਚੁੱਕੇ ਤੇ ਆਪਣੀ ਨੌਕਰੀਆਂ ਤੇ ਵੀ ਜਾ ਚੁੱਕੇ ਆ। ਚਲੋ ਤੁਹਾਡੇ ਸਿਲੇਬਸ ਦੇ ਵਿੱਚ ਹੁਣ ਕਿਵੇਂ ਕਿਸ ਕਿਸਮ ਦੀ ਵੰਡ ਹੋਊਗੀ ਆਪਾਂ ਉਸ ਵੱਲ ਚੱਲਦੇ ਹਾਂ। ਦੇਖੋ ਜਿਹੜਾ ਤੁਹਾਡਾ ਸਿਲੇਬਸ ਹੈਗਾ ਇਹ HTET ਪੰਜਾਬੀ ਦਾ, ਇਹ ਲੈਵਲ 2 ਤੇ ਕੀ ਆ ਮੈਂ ਵੈਸੇ ਤੁਹਾਨੂੰ ਦੱਸ ਵੀ ਚੁੱਕਾ। ਇੱਕ ਤਾਂ ਉਹਨਾਂ ਨੇ 1 ਨੰਬਰ ਪੋਰਸ਼ਨ ਹੈਗਾ ਪੰਜਾਬੀ ਭਾਸ਼ਾ ਦਾ ਅਧਿਆਪਨ, ਜਿਹਨੂੰ ਅਸੀਂ ਪੰਜਾਬੀ ਪੈਡਾਗੋਜੀ ਬੋਲਦੇ ਹਾਂ। ਪੰਜਾਬੀ ਪੈਡਾਗੋਜੀ ਨੂੰ ਅਸੀਂ ਜਿਹੜਾ ਕਹਿ ਲਈਏ ਕਿ ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ ਇਹ ਵੀ ਬੋਲ ਦਿੰਦੇ ਆ। ਠੀਕ ਆ, ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ, ਪੈਡਾਗੋਜੀ ਦਾ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਸਿੱਖਿਆ ਸ਼ਾਸਤਰ, ਕਿ ਬੱਚਾ ਜਿਹੜਾ ਉਹ ਕਿਵੇਂ ਸਿੱਖਦਾ, ਅਧਿਆਪਕ ਨੂੰ ਬੱਚੇ ਦੇ ਮੁਤਾਬਕ ਕਿਵੇਂ ਪੜ੍ਹਾਉਣਾ ਚਾਹੀਦਾ, ਬੱਚੇ ਦੇ ਮਨ ਦੀਆਂ ਜਿਹੜੀਆਂ ਕਹਿ ਲਈਏ ਕਿ ਉਹਦੀ ਡਿਵੈਲਪਮੈਂਟ ਹੈਗੀ ਆ, ਉਹਦੀ ਮੈਂਟੈਲਿਟੀ ਕਿਵੇਂ ਚੇਂਜ ਹੁੰਦੀ ਹੈ, ਉਹਦੇ 'ਚ ਗਰੋਥ ਕਿਵੇਂ ਹੁੰਦੀ ਹੈ, ਵਾਧਾ ਕਿਵੇਂ ਹੁੰਦਾ, ਵਿਕਾਸ ਕਿਵੇਂ ਹੁੰਦਾ, ਸਾਰੇ ਚੀਜ਼ਾਂ ਨੂੰ ਪਛਾਣੇ ਤੇ ਬੱਚੇ ਦੀ ਉਮਰ ਦੇ ਮੁਤਾਬਕ ਉਹ ਆਪਣਾ ਸਿਲੇਬਸ ਡਿਜ਼ਾਈਨ ਕਰੇ, ਆਪਣੀਆਂ ਟੀਚਿੰਗ ਜਿਹੜੀਆਂ ਏਡਸ ਹੈਗੀਆਂ ਉਹਨਾਂ ਨੂੰ ਲੱਭੇ, ਉਹਨਾਂ ਨੂੰ ਤੈਅ ਕਰੇ ਕਿ ਇਸ ਤਰ੍ਹਾਂ ਬੱਚਾ ਸਿੱਖੂਗਾ ਤੇ ਇਸ ਤਰ੍ਹਾਂ ਪੜ੍ਹਾਇਆ ਜਾਊਗਾ। ਇਹ ਚੀਜ਼ਾਂ ਪੜਾਂਗੇ। ਦੂਸਰਾ ਹੈਗਾ ਕਿ 6ਵੀਂ ਤੋਂ 10ਵੀਂ ਤੱਕ ਦੀਆਂ ਜਿਹੜੀਆਂ ਕਿਤਾਬਾਂ ਤੁਹਾਡੀਆਂ ਹਰਿਆਣਾ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ, ਉਹਦੇ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਨੇ ਉਹਦੇ ਵਿੱਚ ਕਵਿਤਾਵਾਂ ਨੇ, ਕਹਾਣੀਆਂ ਨੇ, ਲੇਖ ਨੇ, ਨਿਬੰਧ ਨੇ, ਉਹ ਜਿਹੜਾ ਕਹਿੰਦੇ ਕਿ ਪਾਠ ਪੁਸਤਕ ਆਧਾਰਿਤ ਜਿਹੜੇ ਸਵਾਲ ਪੁੱਛੇ ਜਾਂਦੇ ਜਿਹਨੂੰ ਕਹਿੰਦੇ ਟੈਕਸਟੂਅਲ ਕੁਐਸਚਨ, ਟੈਕਸਟ ਬੇਸਡ ਕੁਐਸਚਨ, ਕਿ ਇੱਕ ਪਾਠ ਮੰਨ ਲਓ ਫਰੀਦ ਦੇ ਬਾਰੇ ਬਾਣੀ ਹੈ ਜਾਂ ਫਰੀਦ ਦੇ ਸ਼ਲੋਕ ਨੇ, ਫਰੀਦ ਦਾ ਕਿਹੜਾ ਸ਼ਲੋਕ ਫਰੀਦ ਦਾ, ਜਾਂ ਫਰੀਦ ਜੀ ਦਾ ਜਨਮ ਕਦੋਂ ਹੋਇਆ, ਫਰੀਦ ਜੀ ਦਾ ਜਿਹੜਾ ਕਿ ਲਿਖੇ ਕਿਹੜੇ ਸਿਲਸਿਲੇ ਨਾਲ ਸੰਬੰਧ ਰੱਖਦੇ ਸੀ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਬਾਣੀ ਲਿਖੀ, ਇਸ ਤਰ੍ਹਾਂ ਦੇ ਸਵਾਲ ਜਿਹੜੇ ਉਹ ਬਣਦੇ ਆ, ਉਹਨਾਂ ਬਾਰੇ ਆਪਾਂ ਅੱਗੇ ਚਰਚਾ ਵੀ ਕਰਦੇ ਹਾਂ। ਤਾਂ ਜਿਹੜਾ ਦੂਸਰਾ PGT ਪੱਧਰ ਤੇ ਹੋਣਾ ਲੈਵਲ 3 ਜਿਹਨੂੰ ਬੋਲਦੇ ਆ, ਉਹਦੇ ਵਿੱਚ ਪੈਡਾਗੋਜੀ ਉਸੇ ਤਰ੍ਹਾਂ ਹੀ ਹੋਣੀ ਹੈ। ਠੀਕ ਹੈ, ਤੇ ਥੋੜਾ ਮੋਟਾ ਜਿਹੜਾ ਕਹਿ ਲਈਏ ਕਿ ਲੈਵਲ ਦਾ ਫਰਕ ਪੈ ਜਾਂਦਾ ਹੈਗਾ ਕਿ ਜਦੋਂ ਤੁਸੀਂ +1 ਤੇ 2 ਦੇ ਵਿਦਿਆਰਥੀ ਨੂੰ ਪੜ੍ਹਾਉਣਾ ਤਾਂ ਉਦੋਂ
किस किस्म नाल देखदे हो, किस किस्म दीयां जिहड़ी तकनीकां तुसीं लभदे हो, क्योंकि 10वीं तो 12वीं तक दा जिहड़ा सिलेबस जां 10वीं तो 12वीं तक पीजीटी दा लैवल मन्निया जांदा हैगा ते जिहड़ा टीजीटी है ਉਹਦੇ ਵਿੱਚ 6ਵੀਂ ਤੋਂ ਲੈ ਕੇ 10वीं तक ਦਾ ਅਸੀਂ ਵੇਖਣਾ ਹੈਗਾ। ਠੀਕ ਹੈ, ਤਾਂ 10वीं 9वीं ਤੇ 10वीं ਜਿਹੜਾ ਕਾਮਨ ਹੈ ਉਹ ਭਾਵੇਂ ਤੁਸੀਂ ਟੀਜੀਟੀ ਦਿਓ ਚਾਹੇ ਤੁਸੀਂ ਪੀਜੀਟੀ ਦਿਓ, ਤੇ ਇਹਦੇ ਚ 10वीं ਤੋਂ 12वीं ਤੱਕ ਦੀਆਂ ਜਿਹੜੀਆਂ ਕਿਤਾਬਾਂ ਉਹਨਾਂ ਦਾ ਸਿਲੇਬਸ ਪੜਿਆ ਜਾਣਾ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬੀ ਪੈਡਾਗੋਜੀ ਦੀ, ਜਿਹਦੇ ਬਾਰੇ ਅਕਸਰ ਜਿਹੜਾ ਕਹਿ ਲਈਏ ਕਿ ਵਿਦਿਆਰਥੀ ਜਦੋਂ ਕੋਈ ਨਵਾਂ ਸਿਲੇਬਸ ਆਉਂਦਾ ਹੈਗਾ ਨਾ, ਨਵੇਂ ਵਿਸ਼ੇ ਆਉਂਦੇ ਆ, ਤਾਂ ਪਹਿਲਾਂ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਕਿਸ ਕਿਸਮ ਦਾ ਸਿਲੇਬਸ ਹੋਊਗਾ, ਕੀ ਆਊਗਾ। ਮੈਂ ਇਹ ਸਿਲੇਬਸ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਇੱਕ ਟੈਂਟੇਟਿਵ ਸਿਲੇਬਸ ਹੈ, ਟੈਂਟੇਟਿਵ ਕਹਿ ਸਕਦੇ ਹੋ, ਪਰ ਲਗਭਗ ਇਹ ਸਿਲੇਬਸ ਹੀ ਆਪਾਂ ਕਰਾਂਗੇ ਜਾਂ ਇਹ ਸਿਲੇਬਸ ਹੀ ਕਰਾਉਣਾ ਬਣਦਾ ਹੈ, ਕਿਉਂਕਿ ਇਹ ਉਹ ਸਿਲੇਬਸ ਹੈ ਜਿਹੜਾ ਸੀਟੈਟ, ਜਿਹੜਾ ਪੀਐਸਟੈਟ ਤੇ ਜਿਹੜਾ ਰੀਟ ਦੇ ਵਿੱਚ ਜਿਹੜਾ ਉਹ ਪੰਜਾਬੀ ਦਾ ਪੜਾਇਆ ਜਾਂਦਾ ਜਾਂ ਇਸ ਤਰੀਕੇ ਦੇ ਨਾਲ ਪੰਜਾਬੀ ਪੈਡਾਗੋਜੀ ਪੜਾਈ ਜਾਂਦੀ ਹੈ। ਉਹਦੇ ਵਿੱਚ ਕਿਹੜੇ ਕਿਹੜੇ ਜਿਹੜਾ ਕਿ ਕੰਟੈਂਟਸ ਹੋਣਗੇ ਸਾਡੇ ਕੋਲੇ। ਪਹਿਲਾ ਹਿੱਸਾ ਹੁੰਦਾ ਸਾਡੇ ਕੋਲੇ ਮਾਤ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਵਜੋਂ ਪੜਾਉਣੀ ਆ, ਨਾ ਸੌਰੀ ਪੰਜਾਬੀ ਜਿਹੜੀ ਹੈਗੀ ਆ ਉਹ ਮਾਤ ਭਾਸ਼ਾ ਵਜੋਂ ਪੜਾਉਣੀ ਹੈ, ਮਤਲਬ ਕਿ ਭਾਸ਼ਾ ਦੀ ਜਿਹੜੀ ਪੜ੍ਹਾਈ ਹੈ। ਠੀਕ ਹੈ, ਉਹਦੇ ਵਿੱਚ ਕੀ ਕੁਛ ਆਉਂਦਾ ਸੀ, ਉਹਦੇ ਵਿੱਚ ਪਹਿਲਾਂ ਕਰਦੇ ਹੁੰਨੇ ਕਿ ਭਾਸ਼ਾ ਦੇ ਵਿੱਚ ਇੱਕ ਗ੍ਰਹਿਣਤਾ ਹੁੰਦੀ ਹੈ। ਠੀਕ ਹੈ, ਮਤਲਬ ਕਿ ਜਿਹਨੂੰ ਐਕੁਜੀਸ਼ਨ ਬੋਲਦੇ ਆ, ਇੱਕ ਸਿਖਲਾਈ ਹੁੰਦੀ ਹੈ ਜਿਹਨੂੰ ਅਸੀਂ ਲਰਨਿੰਗ ਬੋਲਦੇ ਆ। ਫਿਰ ਗ੍ਰਹਿਣਤਾ ਤੇ ਸਿਖਲਾਈ ਬਾਰੇ ਵੱਖਰੇ ਮੱਤ ਨੇ ਸਾਡੇ ਕੋਲੇ। ਠੀਕ ਹੈ, ਭਾਸ਼ਾਈ ਗ੍ਰਹਿਣਤਾ ਬਾਰੇ ਦੇਖੋ ਪਿਆਜ਼ੇ ਦੀ ਥਿਉਰੀ ਹੈ, ਚਮਸਕੀ ਦੀ ਥਿਉਰੀ ਹੈ, ਵਿਗੋਸਕੀ ਦੀ ਥਿਉਰੀ ਹੈ। ਪਿਆਜ਼ੇ ਕੀ ਕਹਿੰਦਾ ਸਟੇਜ ਦੇ ਵਿੱਚ ਵੰਡਦਾ, ਪਹਿਲਾਂ ਕਿਹੜੀ ਸਟੇਜ ਆਉਂਦੀ ਹੈ, ਫਿਰ ਕਿਹੜੀ ਸਟੇਜ ਆਉਂਦੀ ਆ। ਪਿਆਜ਼ੇ ਕੀ ਦੀ ਗੱਲ ਕਰਦਾ, ਸਕੀਮਾਂ ਦੀ ਗੱਲ ਕਰਦਾ, ਈਗੋਸੈਂਟਰਿਕ ਸਟੇਜ ਦੀ ਗੱਲ ਕਰਦਾ। ਵਿਗੋਸਕੀ ਕਹਿੰਦਾ ਕਿ ਕੋਗਨੀਟਿਵ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਸਮਾਜ ਨੂੰ ਕੇਂਦਰ 'ਚ ਰੱਖ ਕੇ ਹੀ ਹੋਊਗੀ। ਠੀਕ ਹੈ, ਕਲਚਰ ਜਿਹੜਾ ਉਹ ਬਹੁਤ ਭੂਮਿਕਾ ਨਿਭਾਉਂਦਾ। ਜਿਹੜਾ ਚਮਸਕੀ ਹੈਗਾ ਉਹ ਕਹਿੰਦੇ ਆ ਕਿ ਜੀ ਤੁਸੀਂ ਜਦੋਂ ਵੀ ਡਿਵੈਲਪਮੈਂਟ ਹੋਣੀ ਹੈ ਬੱਚੇ ਦੀ ਜਾਂ ਭਾਸ਼ਾ ਸਿੱਖਣੀ ਅਰਜਿਤ ਕਰਨੀ ਹੈ ਤਾਂ ਦਿਮਾਗ ਦੇ ਵਿੱਚ ਇੱਕ ਡਿਵਾਈਸ ਹੁੰਦਾ ਜਿਹਨੂੰ LAD ਬੋਲਦੇ ਆ ਉਹ ਚਮਸਕੀ। ਠੀਕ ਹੈ, ਜਿਹਨੂੰ ਲੈਂਗੁਏਜ ਐਕੁਜੀਸ਼ਨ ਡਿਵਾਈਸ ਬੋਲਦੇ ਹੋ। ਉਹਦੇ ਕਰਕੇ ਅਸੀਂ ਭਾਸ਼ਾ ਸਿੱਖਦੇ ਹੈਗੇ ਆ, ਗ੍ਰਹਿਣ ਕਰਦੇ ਆ। ਤਾਂ ਇਹ ਸਾਰੇ ਤਮਾਮ ਜਿਹੜੇ ਕਨਸੈਪਟ ਹੈਗੇ ਅਸੀਂ ਉਹ ਇਹਦੇ ਵਿੱਚ ਪੜਾਂਗੇ, ਸਿੱਖਾਂਗੇ। ਠੀਕ ਆ, ਗ੍ਰਹਿਣ ਤਾਂ ਮਤਲਬ ਐਕੁਜੀਸ਼ਨ ਹੁੰਦੀ ਹੈ, ਸਿਖਲਾਈ ਮਤਲਬ ਲਰਨਿੰਗ ਹੁੰਦੀ ਹੈ। ਪਰ ਹੁਣ ਦਿੱਕਤ ਕੀ ਹੈ, ਮੈਨੂੰ ਪਤਾ ਹੈ ਕਿ ਤੁਸੀਂ ਇਹ ਸਾਰੇ ਮੇਨ CDP ਦੇ ਵਿੱਚ ਪੜੋਗੇ। ਇਹ ਟੌਪਿਕ, ਇਹ ਕਨਸੈਪਟ ਉਹੀ ਨੇ, ਮਤਲਬ ਕਿ CDP ਪੰਜਾਬੀ ਪੈਡਾਗੋਜੀ ਦਾ, ਇੰਗਲਿਸ਼ ਪੈਡਾਗੋਜੀ, ਹਿੰਦੀ ਪੈਡਾਗੋਜੀ, ਹਰ ਸਬਜੈਕਟ ਦੀ ਪੈਡਾਗੋਜੀ ਦਾ ਬੇਸ ਤਾਂ ਤੁਹਾਡਾ ਮੇਨ CDP ਸਬਜੈਕਟ ਆ। ਬਟ ਅਸੀਂ ਇੱਥੇ ਸਬਜੈਕਟ ਦੇ ਐਂਗਲ ਤੋਂ ਵੇਖਣਾ ਕਿ ਜੇ ਪੰਜਾਬੀ ਪੜਾਉਣੀ ਹੈ ਤਾਂ ਅਸੀਂ ਉੱਥੇ ਕਿਹੜੀਆਂ ਵਿਧੀਆਂ ਵਰਤਾਂਗੇ, ਪੰਜਾਬੀ ਪੜਾਉਣ ਦੇ ਲਈ ਕਿਹੜੇ ਤਰੀਕੇ, ਕਿਹੜੇ ਸਿਧਾਂਤ ਕੰਮ ਆਉਣਗੇ, ਕੀ ਕੁਝ ਕਰਾਂਗੇ ਅਸੀਂ। ਤੇ ਇੱਕ ਤਾਂ ਇਹ ਮਸਲਾ। ਦੂਜਾ ਹੁੰਦਾ ਕਿ ਜਦੋਂ ਪੰਜਾਬੀ 'ਚ ਸਵਾਲ ਆਉਂਦੇ ਆ ਨਾ ਕਨਸੈਪਟ ਦੇ, ਉਹਦੇ ਵਿੱਚ ਜਦੋਂ ਵੀ ਤੁਸੀਂ ਦੇਖ ਲਓ, ਭਾਵੇਂ ਤੁਸੀਂ ਸੀਟੈਟ ਦਿੱਤਾ ਹੋਣਾ, ਮੇਰਾ ਖਿਆਲ ਤੁਸੀਂ ਪੀਐਸਟੈਟ, ਉਹ ਕੀ ਕਰਦੇ ਆ ਕਿ ਜਿਹੜੇ ਅੰਗਰੇਜ਼ੀ ਦੇ ਵਿੱਚ ਕਨਸੈਪਟ ਹੁੰਦੇ ਆ, ਜਿਵੇਂ ਹੁਣ ਲੈਂਗੁਏਜ ਐਕੁਜੀਸ਼ਨ ਡਿਵਾਈਸ ਹੈ, ਜੇ ਤੁਹਾਨੂੰ ਜਿਹੜਾ ਕਹਿ ਲਈਏ ਕਿ ਤੁਸੀਂ ਪੇਪਰ ਦਿਓਗੇ, ਇਹਦੇ ਵਿੱਚ CDP ਦਾ ਪੇਪਰ ਦਿਓਗੇ, ਉੱਥੇ ਲਿਖਿਆ ਹੋਊਗਾ ਲੈਂਗੁਏਜ, ਠੀਕ ਹੈ, ਐਕੁਜੀਸ਼ਨ ਡਿਵਾਈਸ। ਮੈਂ ਸ਼ਾਰਟ ਦੇ ਵਿੱਚ ਲਿਖਦਾ ਹੈਗਾ, ਟਾਈਮ ਵੀ ਬਚਾਉਣਾ। ਠੀਕ ਹੈ, ਤੇ ਮਸਲਾ ਹੈ ਕਿ ਜੇ ਪੰਜਾਬੀ ਦੇ ਵਿੱਚ ਪੁੱਛਿਆ ਜਾਊਗਾ ਤਾਂ ਕੀ ਪੁੱਛਿਆ ਜਾਊਗਾ, ਤਾਂ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਨੇ ਭਾਸ਼ਾ ਗ੍ਰਹਿਣ ਉਪਕਰਨ। ਹੁਣ ਇਹ ਪੰਜਾਬ ਦੇ ਵਿੱਚ ਕਈ ਹੋਇਆ ਵਾਰੀ ਕਿ ਬੱਚਿਆਂ ਨੂੰ ਇਹ ਪਤਾ ਹੁੰਦਾ ਕਿ LAD ਚਮਸਕੀ ਦਾ ਕਨਸੈਪਟ ਆ, ਇਹ ਵੀ ਪਤਾ ਹੁੰਦਾ ਕਿ ਲੈਂਗੁਏਜ ਐਕੁਜੀਸ਼ਨ ਡਿਵਾਈਸ ਇਹਦਾ ਫੁੱਲ ਫਾਰਮ ਹੈ, ਇਹ ਵੀ ਪਤਾ ਹੁੰਦਾ ਕਿ ਲੈਂਗੁਏਜ ਐਕੁਜੀਸ਼ਨ ਡਿਵਾਈਸ ਹੁੰਦੀ ਕੀ ਹੈ। ਉਹ ਇਨਵਿਜ਼ੀਬਲ ਡਿਵਾਈਸ ਜਿਹੜੀ ਚਮਸਕੀ ਕਹਿੰਦਾ ਕਿ ਤੁਹਾਡੇ ਦਿਮਾਗ 'ਚ ਹੁੰਦੀ ਹੈ, ਜਿਹਦੇ ਰਾਹੀਂ ਤੁਸੀਂ ਭਾਸ਼ਾ ਨੂੰ ਸਿੱਖ ਸਕਦੇ ਹੋ, ਜਿਹਦੇ ਵਿੱਚ ਤੁਹਾਡੇ ਯੂਨੀਵਰਸਲ ਗ੍ਰਾਮਰ ਦੇ ਕਨਸੈਪਟ ਪਏ ਹੁੰਦੇ ਨੇ। ਪਰ ਮਸਲਾ ਹੈ ਕਿ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਆ, ਇਹਨੂੰ ਪੰਜਾਬੀ 'ਚ ਭਾਸ਼ਾ ਗ੍ਰਹਿਣ ਉਪਕਰਨ ਕਹਿੰਦੇ ਆ। ਇੱਕ ਵਾਰੀ ਕੀ ਹੋਇਆ ਕਿ ਪੀਐਸਟੈਟ ਦੇ ਵਿੱਚ ਇਹ ਨਹੀਂ ਪਾਇਆ, ਇਹ ਪਾਤਾ ਸੀ ਉਹਨਾਂ ਨੇ, ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਭਾਸ਼ਾ ਗ੍ਰਹਿਣ ਉਪਕਰਨ ਕੀ ਹੁੰਦਾ। ਕਿਉਂਕਿ ਉਹਨਾਂ ਨੇ ਉਹਦਾ ਪੰਜਾਬੀ ਵਰਜਨ ਨਹੀਂ ਸੀ ਸਮਝਿਆ ਹੋਇਆ। ਤਾਂ ਪੰਜਾਬੀ ਦੇ ਸਵਾਲਾਂ 'ਚ ਇਹ ਦਿੱਕਤ ਆਉਂਦੀ। ਇਸ ਕਰਕੇ ਜਦੋਂ ਵੀ ਕੋਈ ਕਨਸੈਪਟ ਪੜਾਂਗੇ ਤਾਂ ਅਸੀਂ ਪੰਜਾਬੀ 'ਚ ਉਹਨੂੰ ਕੀ ਕਹਿੰਦੇ ਇਹ ਸਾਡੇ ਲਈ ਸਿੱਖਣਾ ਲਾਜ਼ਮੀ। ਤਾਂ ਇਹ ਇੱਕ ਥਿਉਰੀ ਦਾ ਮੇਜਰ ਜਿਹੜਾ ਹਿੱਸਾ ਹੈਗਾ ਸਾਡੀ ਉਹ ਐਕੁਜੀਸ਼ਨ ਥਿਉਰੀਜ਼ ਨੇ। ਦੂਜਾ ਫਿਰ ਹੈਗਾ ਕਿ ਸਕੂਲ ਪੱਧਰ ਤੇ ਜਦੋਂ ਪੰਜਾਬੀ ਭਾਸ਼ਾ ਪੜਾਈ ਜਾਣੀ, ਕਿਉਂ ਪੜਾਈ ਜਾਣੀ ਚਾਹੀਦੀ ਹੈ ਮਾਤ ਭਾਸ਼ਾ, ਕੋਈ ਵੀ ਮਾਤ ਭਾਸ਼ਾ, ਉਹਦੀ ਕੀ ਰੈਲੇਵੈਂਸ ਹੈ ਕਿ ਬੱਚਾ ਜੀ ਸਮਾਜ ਦੇ ਵਿੱਚੋਂ ਜਦੋਂ ਵੀ ਪਰਿਵਾਰ 'ਚੋਂ ਆਉਂਦਾ ਮਾਤ ਭਾਸ਼ਾ ਸਿੱਖ ਕੇ ਆਉਂਦਾ, ਮਾਤ ਭਾਸ਼ਾ ਦੇ ਵਿੱਚ ਉਹ ਜ਼ਿਆਦਾ ਚੀਜ਼ਾਂ ਨੂੰ ਗ੍ਰਹਿਣ ਕਰ ਸਕਦਾ, ਮਾਤ ਭਾਸ਼ਾ ਦੇ ਵਿੱਚ ਉਹ ਸੋਚਦਾ, ਮਾਤ ਭਾਸ਼ਾ ਦੇ ਵਿੱਚ ਉਹਨੂੰ ਜਿਹੜਾ ਕਿ ਗਹਿਰਾਈ ਦੇ ਨਾਲ ਚੀਜ਼ਾਂ ਸਮਝ ਆਉਂਦੀਆਂ। ਹੋਰ ਬੜੇ ਮਸਲੇ ਹੈਗੇ ਆ। ਫਿਰ ਉਹਦੇ ਸਿਧਾਂਤ ਹੁੰਦੇ ਆ ਕਿ ਕਿਵੇਂ ਪੜਾਈ ਜਾਣੀ। ਸੁਭਾਵਿਕ ਦਾ ਸਿਧਾਂਤ ਹੁੰਦਾ ਕਿ ਬੱਚਾ ਜੀ ਸੁਭਾਵਿਕ ਸਿੱਖਦਾ। ਅਨੁਕਰਨ ਦਾ ਸਿਧਾਂਤ ਹੁੰਦਾ ਕਿ ਬੱਚਾ ਜੀ ਨਕਲ ਕਰਕੇ ਸਿੱਖਦਾ। ਬੱਚਾ ਕਹਿੰਦਾ ਲਰਨਿੰਗ ਬਾਈ ਡੂਇੰਗ ਦਾ ਸਿਧਾਂਤ ਹੁੰਦਾ। ਇਹ ਸਾਰੀਆਂ ਚੀਜ਼ਾਂ ਪੜ੍ਹਦੇ ਆ। ਇਹਦੇ ਵਿੱਚ ਉਦੇਸ਼ ਦਾ ਮਤਲਬ ਕਿ ਕਿਉਂ ਪੜਾਉਣੀ ਹੈ ਮਾਤ ਭਾਸ਼ਾ, ਤਾਂ ਕਿ ਉਹਦੀ ਕਲਪਨਾ ਵੱਧ ਸਕੇ, ਉਹਦੀ ਹਰ ਵਿਸ਼ੇ ਦੇ ਉੱਪਰ ਪਕੜ ਬਣ ਸਕੇ, ਉਹਨੂੰ ਚੰਗੀ ਤਰ੍ਹਾਂ ਸਮਝ ਆ ਸਕੇ, ਉਹ
ਆਪਣੀ ਹਰ ਪੜ੍ਹੀ ਹੋਈ ਚੀਜ਼ ਨੂੰ ਆਪਣੀ ਭਾਸ਼ਾ ਦੇ ਵਿੱਚ ਸੌਖੀ ਤਰ੍ਹਾਂ ਦੱਸਣ ਦੇ ਯੋਗ ਹੋ ਜਾਵੇ। ਇਹ ਉਦੇਸ਼ ਹੁੰਦੇ ਆ। ਫਿਰ ਅਸੀਂ ਸਿੱਖਿਆ ਸੂਤਰ ਪੜ੍ਹਦੇ ਹਾਂ। ਸਿੱਖਿਆ ਸੂਤਰ ਮਤਲਬ ਕਿ ਉਹ ਟੈਕਨੀਕਸ ਕਿ ਜੀ ਅਸੀਂ ਪੂਰਨ ਤੋਂ ਅੰਸ਼ ਵੱਲ ਪੜ੍ਹਦੇ ਹਾਂ। ਇੰਡਕਟਿਵ ਡਿਡਕਟਿਵ ਮੈਥਡਸ ਜਿਹੜੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਸਿੱਖਿਆ ਸੂਤਰ ਪੜ੍ਹੇ ਜਾਂਦੇ, ਗਿਆਤ ਤੋਂ ਗਿਆਤ, ਠੀਕ ਹੈ, ਇਹ ਸਾਰੀਆਂ ਚੀਜ਼ਾਂ। ਫਿਰ ਜਿਹੜਾ ਇਹ ਤਾਂ ਸੀਗਾ ਇੱਕ ਨੰਬਰ ਟੌਪਿਕ ਸਿਲੇਬਸ ਦਾ। ਦੂਜਾ ਹੈਗਾ ਭਾਸ਼ਾਈ ਕੌਸ਼ਲ, ਜਿਹਨੂੰ ਤੁਸੀਂ ਅਕਸਰ ਪੜ੍ਹਦੇ ਹੈਗੇ ਹੋ, LSRW, ਹਨਾ, ਲਿਸਨਿੰਗ, ਸਪੀਕਿੰਗ, ਰੀਡਿੰਗ ਤੇ ਰਾਈਟਿੰਗ। ਇਸੇ ਤਰ੍ਹਾਂ ਪਹਿਲਾਂ ਸੁਣਨਾ ਸਮਝਣਾ ਬੱਚਾ ਸਿੱਖਦਾ, ਫਿਰ ਉਹ ਬੋਲਣਾ ਸਿੱਖਦਾ, ਠੀਕ ਹੈ, ਤੇ ਫਿਰ ਉਹ ਪੜ੍ਹਨਾ ਸਿੱਖਦਾ, ਤੇ ਫਿਰ ਉਹ ਲਿਖਣਾ ਸਿੱਖਦਾ। ਚਾਰਾਂ ਦਾ ਸੀਕੁਐਂਸ ਕਿਵੇਂ ਬਣਦਾ? ਜਦੋਂ ਪੰਜਾਬੀ ਭਾਸ਼ਾ ਪੜ੍ਹਾਈ ਜਾਣੀ ਹੈ ਉਦੋਂ ਇਹ ਕੌਸ਼ਲ ਕਿਵੇਂ ਕੰਮ ਕਰਦੇ ਆ, ਜਦ ਇਹਨਾਂ ਨੂੰ ਸਿੱਖ ਕੇ ਪੰਜਾਬੀ ਭਾਸ਼ਾ ਕਿਵੇਂ ਤੁਹਾਡੀ ਪਕੜ ਬਣੂਗੀ, ਸਟਰੋਂਗ ਹੋਊਗੀ ਬੱਚੇ ਦੀ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪੜਾਂਗੇ ਅਸੀਂ। ਫਿਰ ਉਸ ਤੋਂ ਬਾਅਦ ਹੈਗਾ ਪੰਜਾਬੀ ਭਾਸ਼ਾ ਦੀਆਂ ਪਾਠ ਪੁਸਤਕਾਂ, ਠੀਕ ਹੈ, ਤੇ ਪਾਠਕ੍ਰਮ, ਸਥਿਤੀ, ਸਮੱਸਿਆਵਾਂ ਤੇ ਸੰਭਾਵਨਾਵਾਂ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਇੱਕ ਅਧਿਆਪਕ ਦੇ ਤੌਰ ਤੇ ਜਿਹੜਾ ਕਹਿ ਲਈਏ ਕਿ ਆਪਣੀ ਸੰਸਥਾ ਨੂੰ ਜਾਂ ਆਪਣੇ ਕਿਸੇ ਹਾਇਰ ਅਥਾਰਟੀ ਨੂੰ ਸੁਝਾਅ ਦੇਣਾ ਹੈਗਾ ਕਿ ਜੀ ਸਾਡੀ ਜਿਹੜਾ ਕਲਾਸ ਦਾ ਬੱਚਾ 5 ਸਾਲ ਦਾ ਬੱਚਾ, 5 ਸਾਲ ਦੇ ਬੱਚੇ ਦੀ ਜਿਹੜੀ ਕੈਪੈਸਿਟੀ ਹੈ, ਲੈਵਲ, ਉਹ ਇਹ ਹੈ, ਸਾਨੂੰ ਉਹਦੇ ਲੈਵਲ ਦੀ ਕਹਾਣੀ ਲਾਉਣੀ ਚਾਹੀਦੀ ਹੈ, ਠੀਕ ਹੈ। ਤੁਸੀਂ ਦੇਖੋ ਕਿ ਬੱਚਿਆਂ ਦੀ ਕਹਾਣੀਆਂ ਦੇ ਵਿੱਚ ਜਿਹੜਾ ਕਹਿ ਲਈਏ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਹੁੰਦੀਆਂ, ਜੰਗਲਾਂ ਦੇ ਨਾਮ, ਜੰਗਲਾਂ ਵਾਲੀਆਂ ਕਹਾਣੀਆਂ, ਠੀਕ ਹੈ। ਜਾਂ ਇੱਕ ਕਹਾਣੀ ਬਹੁਤ ਪ੍ਰਚਲਿਤ ਰਹੀ ਸੀ, ਪੂਰੀ ਕੜਾਹੀ ਚੋਂ ਭੱਜ ਗਈ। ਹੁਣ ਪੂਰੀ ਸਾਨੂੰ ਪਤਾ ਕਿ ਕੜਾਹੀ ਚੋਂ ਨਹੀਂ ਭੱਜ ਸਕਦੀ, ਪਰ ਬੱਚੇ ਦੀ ਮੈਂਟੈਲਿਟੀ ਹੈ, ਬੱਚੇ ਨੂੰ ਲੱਗਦਾ ਕਿ ਹਰ ਚੀਜ਼ ਸੰਭਵ ਹੈ, ਤਾਂ ਬੱਚੇ ਦੀ ਕਹਾਣੀ ਜਿਹੜੀ ਛੋਟੀ ਪ੍ਰਾਇਮਰੀ ਦੇ ਵਿੱਚ ਹੈ ਨਾ, ਉਹਦੀ ਪੂਰੀ ਕੜਾਹੀ ਚੋਂ ਭੱਜੂਗੀ ਲਾਜ਼ਮੀ ਤੌਰ ਤੇ। ਜੇ ਤੁਸੀਂ ਉੱਥੇ ਸਾਇੰਸ ਪੜ੍ਹਾਈ ਜਾਓਗੇ ਤਾਂ ਬੱਚੇ ਨੂੰ ਸਮਝ ਨਹੀਂ ਆਊਗੀ। ਤਾਂ ਪਾਠ ਪੁਸਤਕ ਬੱਚੇ ਦੇ ਮੁਤਾਬਕ ਤੈਅ ਕਰਨੀ, ਪਾਠਕ੍ਰਮ ਤੈਅ ਕਰਨਾ। ਹੁਣ ਇਹਦੀਆਂ ਅੱਜ ਮਤਲਬ ਇਸ ਪੋਜੀਸ਼ਨ 'ਚ ਪੰਜਾਬੀ ਦੇ ਵਿੱਚ ਇਹਦੀ ਸਥਿਤੀ ਕੀ ਆ, ਪੁਸਤਕਾਂ ਬਾਰੇ, ਪ੍ਰਿੰਟਿੰਗ ਦੀ ਕੀ ਦਿੱਕਤ ਆ, ਕਿਵੇਂ ਪ੍ਰਿੰਟ ਹੋਣੀ ਚਾਹੀਦੀਆਂ, ਫੋਟੋਆਂ ਲੱਗਣੀਆਂ ਚਾਹੀਦੀਆਂ ਕਿ ਨਹੀਂ, ਕਲਰ ਫੋਟੋਆਂ ਲਾਉਣੀਆਂ ਚਾਹੀਦੀਆਂ, ਹੋਰ ਸਮੱਸਿਆਵਾਂ ਕਿਹੜੀਆਂ ਨੇ, ਕੀ ਜਿਹੜਾ ਅਧਿਆਪਕ ਹੈ ਸਿਰਫ ਪਾਠ ਪੁਸਤਕ ਦੇ ਫੋਕਸ ਹੀ ਰਹਿੰਦਾ ਕਿ ਕੋਈ ਹੋਰ ਟੈਕਨੀਕ ਨਹੀਂ ਵਰਤਦਾ, ਇਹਦੇ ਵਿੱਚ ਸੰਭਾਵਨਾਵਾਂ ਕੀ ਨੇ, ਨਵੀਆਂ ਪਾਠ ਪੁਸਤਕਾਂ ਕਿਵੇਂ ਬਣਾਈਆਂ ਜਾਣ, ਤਾਂ ਇਹ ਵੀ ਇੱਕ ਹਿੱਸਾ ਰਹਿੰਦਾ। ਫਿਰ ਆਉਂਦਾ ਸਾਹਿਤ ਪੜ੍ਹਾਉਣ ਦਾ ਦੀ ਵਿਧੀਆਂ। ਦੇਖੋ, ਜਦੋਂ ਤੁਸੀਂ ਪੰਜਾਬੀ ਭਾਸ਼ਾ ਪੜ੍ਹਾਓਗੇ ਤਾਂ ਨੋ ਡਾਊਟ ਜਦੋਂ ਪਹਿਲੀ ਦੂਜੀ ਕਲਾਸ ਦੇ ਵਿੱਚ ਬੱਚਾ ਆਊਗਾ ਤੁਹਾਡੇ ਕੋਲ, ਪ੍ਰੈਪ ਦੇ ਵਿੱਚ ਹੀ ਆ ਜਾਊਗਾ, ਤਾਂ ਉਦੋਂ ਤੁਸੀਂ ਉਹਨੂੰ ਕਵਿਤਾ ਪੜ੍ਹਾਓਗੇ, ਉਹਨੂੰ ਰਾਈਮਸ ਜਿਹੜੀਆਂ ਹੁਣ ਅੰਗਰੇਜ਼ੀ 'ਚ ਪੜ੍ਹਾਈਆਂ ਜਾਂਦੀਆਂ, ਫਿਰ ਕਵਿਤਾ ਕਿਵੇਂ ਪੜ੍ਹਾਈ ਜਾਊ? ਕਵਿਤਾ ਬੱਚਾ ਗਾ ਕੇ ਵਧੀਆ ਸਿੱਖੂਗਾ, ਠੀਕ ਹੈ, ਕਵਿਤਾ ਨੂੰ ਨਾਟਕੀ ਵਿਧੀ ਨਾਲ ਵਧੀਆ ਸਿੱਖੂਗਾ। ਫਿਰ ਵਾਰਤਕ ਪੜ੍ਹਾਉਣੀ ਹੈ ਵੱਡੀਆਂ ਕਲਾਸਾਂ 'ਚ, ਕਿ ਜਿਹੜਾ ਕਹਿ ਲਈਏ ਕਿ ਵਾਰਤਕ ਪੜ੍ਹਾਈ ਕਿਵੇਂ ਜਾਊਗੀ, ਕਿ ਵਿਆਖਿਆ ਵਿਧੀ ਪੜ੍ਹਾਈ ਜਾਊਗੀ, ਕਿ ਆਲੋਚਨਾਤਮਕ ਵਿਧੀ ਪੜ੍ਹਾਈ ਜਾਊ। ਗਲਪ ਦਾ ਮਤਲਬ ਤੁਸੀਂ ਕਹਾਣੀ ਪੜ੍ਹਾਉਣੀ ਹੈ, ਉੱਚੀ ਪਾਠ ਕਰਕੇ ਕਹਾਣੀ ਪੜ੍ਹਾਈ ਜਾਂਦੀ ਹੈ, ਠੀਕ ਹੈ। ਬੱਚਿਆਂ ਨੂੰ ਪਾਤਰ ਜਿਹੜੇ ਅਲਾਟ ਕਰ ਦਿੱਤੇ ਜਾਂਦੇ ਨੇ ਜਦੋਂ ਵਾਰਤਕ ਜਾਂ ਨਾਟਕ ਪੜ੍ਹਾਉਣਾ ਹੋਵੇ, ਠੀਕ ਹੈ। ਵਿਆਕਰਨ ਕਿਵੇਂ ਪੜ੍ਹਾਈ ਜਾਣੀ ਚਾਹੀਦੀ ਹੈ, ਇਹਦੇ ਬਾਰੇ ਵੀ ਖਾਸਾ ਲੰਬਾ ਚੌੜਾ ਡਿਸਕਸ਼ਨ ਵਾਲਾ ਮਸਲਾ ਹੈਗਾ, ਕਿਉਂਕਿ ਵਿਆਕਰਨ ਦੀਆਂ 2-3 ਤਰੀਕੇ ਮੰਨੇ ਜਾਂਦੇ। ਇੱਕ ਸਿਧਾਂਤਕ ਵਿਆਕਰਨ, ਇੱਕ ਬੰਦੇ ਕਹਿੰਦੇ ਕਿ ਜੀ ਕੋਈ ਕਿਤਾਬ ਨਹੀਂ ਲਾਉਣੀ ਪ੍ਰਾਇਮਰੀ 'ਚ, ਬੱਚੇ ਦੀ ਜਿਹੜੀ ਕਿਤਾਬ ਲੱਗੀ ਹੈ ਉਹਨੂੰ ਦੱਸੋ ਕਿ ਬੱਚੇ ਤੂੰ ਜਿਹੜਾ ਲਿਖਦਾ, ਠੀਕ ਹੈ, ਇਹ ਕਿਤਾਬ ਦੇ ਵਿੱਚ ਦਾ ਸਹੀ ਸ਼ਬਦ ਇਹ ਲਿਖਿਆ ਪਰ ਤੂੰ ਗਲਤ ਲਿਖਿਆ। ਪ੍ਰਾਇਮਰੀ ਪੱਧਰ ਤੇ ਵਿਆਕਰਨ ਪੜ੍ਹਾਉਣ ਦਾ ਮਤਲਬ ਹੁੰਦਾ ਸਿਰਫ ਸ਼ੁੱਧੀਕਰਨ ਕਰਨਾ, ਠੀਕ ਹੈ, ਕਿ ਉਹਨੂੰ ਸ਼ੁੱਧ ਕਰਨਾ, ਉਹਦੀ ਭਾਸ਼ਾ ਨੂੰ ਲਿਖਣ ਬੋਲਣ ਦੇ ਵਿੱਚ ਸ਼ੁੱਧ ਹੋਵੇ। ਮਿਡਲ ਪੱਧਰ ਤੇ ਤੁਸੀਂ ਉਹਨੂੰ ਦੱਸਣਾ ਹੁੰਦਾ ਕਿ ਨਾਮ ਪ੍ਰਨਾਮ ਕੀ ਨੇ, ਉਹ ਤੁਸੀਂ ਪਾਠ ਦੇ ਪ੍ਰਸੰਗ ਦੇ ਵਿੱਚ ਦੱਸਣਾ। ਹਾਇਰ ਸੈਕੰਡਰੀ ਤੇ ਜਾ ਕੇ ਤੁਸੀਂ ਇਹਨੂੰ ਕੋਈ ਕਿਤਾਬ ਲਾਉਣੀ ਹੈ। ਤੇ ਤਿੰਨੇ ਸਟੇਜਾਂ ਤੇ ਕਿਵੇਂ ਵਿਆਕਰਨ ਪੜ੍ਹਾਈ ਜਾਂਦੀ ਹੈ, ਇਹ ਵੀ ਸਾਡੇ ਸਿਲੇਬਸ ਦਾ ਹਿੱਸਾ ਹੈ। ਫਿਰ ਆਉਂਦਾ ਅਧਿਆਪਨ ਸਹਾਇਕ ਸਮੱਗਰੀ, ਜਿਹਨੂੰ ਬੋਲਦੇ ਨੇ ਤੁਸੀਂ ਟੀਚਿੰਗ ਲਰਨਿੰਗ ਮਟੀਰੀਅਲਸ ਬੋਲਦੇ ਨਾ, ਆਡੀਓ ਵਿਜ਼ੂਅਲ ਏਡਸ। ਬੱਚੇ ਰੇਡੀਓ ਸੁਣਦੇ ਨੇ, ਟੀਵੀ ਦੇਖਦੇ ਆ, ਪ੍ਰੋਜੈਕਟਰ ਵੇਖਦੇ ਆ, ਐਪੀਡਾਇਸਕੋਪ ਹੁੰਦਾ ਇੱਕ, ਜਿਹੜਾ ਕਹਿ ਲਈਏ ਕਿ ਟੈਲੀਫੋਨ ਜਿਹੜਾ ਵਰਤਿਆ ਜਾਂਦਾ, ਇੱਕ ਟੈਲੀਸਕੋਪ ਵਰਤਿਆ ਜਾਂਦਾ ਕਿ ਜਦੋਂ ਤੁਸੀਂ ਬ੍ਰਹਿਮੰਡ ਦਿਖਾਉਣਾ। ਇਸੇ ਤਰ੍ਹਾਂ ਜਦੋਂ ਤੁਸੀਂ ਬੱਚੇ ਨੂੰ ਕੋਈ ਭਾਸ਼ਾ ਸਿਖਾਉਣੀ ਹੈ, ਨਾਟਕ, ਤਾਂ ਤੁਸੀਂ ਰੇਡੀਓ ਤੇ ਸੁਣਾ ਸਕਦੇ ਹੋ, ਟੇਪ ਰਿਕਾਰਡ ਵਰਤ ਸਕਦੇ ਹੋ, ਗ੍ਰਾਮੋਫੋਨ ਵਰਤ ਸਕਦੇ ਹੋ, ਤੇ ਓਵਰਹੈਡ ਪ੍ਰੋਜੈਕਟਰ ਹੁੰਦਾ ਇੱਕ ਐਪੀਡਾਇਸਕੋਪ ਹੁੰਦਾ, ਇੱਕ ਜਾਦੂ ਦੀ ਲਾਲਟੈਨ ਹੁੰਦੀ ਹੈ, ਚਾਕ ਬੋਰਡ, ਕਿੰਨੇ ਹੀ ਤਮਾਮ ਚੀਜ਼ਾਂ ਹੁੰਦੀਆਂ। ਲਾਇਬ੍ਰੇਰੀ ਦੀ ਕੀ ਰੋਲ ਆ ਬੱਚੇ ਦੇ ਪੜ੍ਹਨ 'ਚ, ਕਿੱਦਾਂ ਦੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਬੱਚੇ ਦੀ ਇਵੈਲੂਏਸ਼ਨ ਮੁਲਾਂਕਣ ਕਿਵੇਂ ਕਰਨਾ, ਪ੍ਰੀਖਿਆ ਕਿਵੇਂ ਲੈਣੀ ਆ, ਪੰਜਾਬੀ ਵਿਸ਼ਾ ਜਿਹੜਾ ਹੈਗਾ ਉਹਦੀ ਪਾਠ ਯੋਜਨਾਵਾਂ ਕਿਵੇਂ ਤਿਆਰ ਕਰਨੀ ਆ, ਕਿ ਬੱਚੇ ਨੂੰ ਤੁਸੀਂ ਪੜ੍ਹਾਉਣਾ ਕਿਵੇਂ ਜ਼ਿਆਦਾ ਵਧੀਆ ਪੜ੍ਹਾ ਸਕੋ। ਤਾਂ ਲਗਭਗ ਇਹ ਸਾਰੇ ਦਾ ਸਾਰਾ ਜਿਹੜਾ ਇਹ ਟੌਪਿਕ ਤੁਹਾਨੂੰ ਦੱਸਿਆ ਮੈਂ, ਇਹ ਪੰਜਾਬੀ ਪੈਡਾਗੋਜੀ ਦਾ ਸਿਲੇਬਸ ਰਹਿਣ ਵਾਲੇ ਆ। ਮਾਤ ਭਾਸ਼ਾ ਵਜੋਂ ਕਿਵੇਂ ਪੜ੍ਹਾਉਣੀ ਆ, ਭਾਸ਼ਾ ਪੜ੍ਹਾਉਣ ਦੀਆਂ ਥਿਊਰੀਜ਼ ਕੀ ਨੇ, ਭਾਸ਼ਾ ਗ੍ਰਹਿਣ ਕਰਦੀਆਂ ਥਿਊਰੀਜ਼ ਕੀ ਨੇ, ਜਦੋਂ ਭਾਸ਼ਾ ਪੜ੍ਹਾਉਣੀ ਆ ਤਾਂ ਕਿਹੜੇ ਸੂਤਰ ਨੇ, ਲੈਂਗੁਏਜ ਸਕਿੱਲਸ ਕਿਵੇਂ ਜਿਹੜਾ ਉਹਨਾਂ ਤੇ ਪਕੜ ਬਣੂਗੀ, ਪੰਜਾਬੀ ਭਾਸ਼ਾ ਦੀਆਂ ਪਾਠ ਪੁਸਤਕਾਂ ਦੀਆਂ ਕੀ ਹਾਲਤ ਹੈ, ਸਾਹਿਤ ਪੜ੍ਹਾਇਆ ਕਿਵੇਂ ਜਾਊਗਾ, ਕਵਿਤਾ, ਨਾਵਲ ਤੇ ਕਹਾਣੀ, ਵਾਰਤਕ ਦੇ ਵਿਆਕਰਨ ਕਿਵੇਂ ਪੜ੍ਹਾਈ ਜਾਊਗੀ, ਅਧਿਆਪਨ ਕਿਹੜੀਆਂ ਸਮੱਗਰੀਆਂ ਵਰਤੂਗਾ, ਪੁਸਤਕਾਲਾ ਕਿਵੇਂ ਵਰਤੂਗਾ, ਠੀਕ ਹੈ, ਮਤਲਬ ਉਹਨਾਂ ਪੜ੍ਹਨ ਦੇ ਲਈ ਜਾਂ ਕਿਸ ਤਰ੍ਹਾਂ ਦੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਮੁਲਾਂਕਣ ਕਿਵੇਂ ਕਰੂਗਾ ਅਧਿਆਪਕ, ਪ੍ਰੀਖਿਆ ਕਿਵੇਂ ਲਊਗਾ, ਠੀਕ ਹੈ। ਤੇ ਇਸੇ ਤਰ੍ਹਾਂ ਇੱਕ ਟੌਪਿਕ ਜਿਹੜਾ ਆ ਜਾਂਦਾ ਹੈਗਾ ਉਹ 9ਵਾਂ, ਉਹ ਮੇਰੇ ਹੁਣ ਚੇਤੇ ਆ ਰਿਹਾ ਹੋਏਗਾ, ਉਪਚਾਰਾਤਮਕ ਸਿੱਖਿਆ
ਸਕਾਰਾਤਮਕ ਸਿੱਖਿਆ, ਜਿਹਨੂੰ ਤੁਸੀਂ ਜਿਹੜਾ ਕਹਿ ਲਈ ਕਿ ਰੈਮੀਡੀਅਲ ਟੀਚਿੰਗ ਬੋਲਦੇ ਹੋ, ਠੀਕ ਹੈ, ਰੈਮੀਡੀਅਲ ਟੀਚਿੰਗ, ਕਿ ਜਦੋਂ ਵੀ ਕੋਈ ਬੱਚਾ ਗਲਤੀ ਕਰਦਾ ਤਾਂ ਕਿਵੇਂ ਅਧਿਆਪਕ ਨੇ ਉਹਦੀ ਗਲਤੀ ਨੂੰ ਪਛਾਣਨਾ ਤੇ ਕਿਵੇਂ ਉਹਨੂੰ ਪਿਆਰ ਨਾਲ ਸਮਝਾਉਣਾ, ਕਿ ਇਕੱਲੇ ਨੂੰ ਸਮਝਾਉਣਾ ਜਾਂ ਸਾਰੇ ਇਕੱਠਿਆਂ ਨੂੰ ਸਮਝਾਉਣਾ ਜਾਂ ਗਰੁੱਪ ਬਣਾ ਕੇ ਸਮਝਾਉਣਾ, ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੈਡਾਗੋਜੀ ਦਾ ਹਿੱਸਾ ਨੇ। ਠੀਕ ਹੈ ਜੀ, ਚਲੋ ਇਹ ਤਾਂ ਪੈਡਾਗੋਜੀ ਦੇ ਵਿੱਚ ਹੋਊਗਾ। ਉਸ ਤੋਂ ਬਾਅਦ ਜਿਹੜਾ ਅਗਲਾ ਸਾਡਾ ਹਿੱਸਾ ਹੈਗਾ ਮਤਲਬ ਕਿ ਸਿਲੇਬਸ ਦਾ ਰਹਿਣ ਵਾਲਾ, ਕਿ ਜਿਹੜਾ ਤੁਹਾਡਾ ਸਕੂਲ ਦੀਆਂ ਕਿਤਾਬਾਂ ਹੈਗੀਆਂ ਨੇ ਨਾ, ਉਹਦੇ ਵਿੱਚ ਕਿਸ ਕਿਸਮ ਦਾ ਸਿਲੇਬਸ ਤੁਹਾਡੇ ਦਿੱਤਾ ਹੋਇਆ ਹੈਗਾ ਆਪਾਂ ਦੇਖਦੇ ਹਾਂ। ਮੈਂ ਤੁਹਾਨੂੰ ਸਕਰੀਨ ਤੇ ਤੁਸੀਂ ਕੁਝ ਕਿਤਾਬਾਂ ਵੇਖਦੇ ਪਏ ਹੈਗੇ, ਦੇਖੋ ਅਸੀਂ ਪੜਾਂਗੇ 6ਵੀਂ ਦੀ ਕਿਤਾਬ ਹੈਗੀ ਹੈ ਪਹਿਲਾ ਕਦਮ। ਠੀਕ ਹੈ, ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਨੇ ਪਾਠ ਹੈਗੇ ਨੇ ਹਨਾ, ਤੁਸੀਂ ਦੇਖੋ ਕਿ ਇਹਦੇ ਵਿੱਚ ਕੁਝ ਕਵਿਤਾਵਾਂ ਨੇ। ਪਹਿਲਾਂ ਤਾਂ ਵਿਆਕਰਨ ਹੈ, ਠੀਕ ਹੈ, ਵਿਆਕਰਨ ਥੋੜੀ ਸਾਰੀ ਦੀ ਸਾਰੀ ਮੈਂ ਪੜਾਊਂਗਾ। ਠੀਕ ਹੈ, ਕਿ ਕਿਵੇਂ ਜਿਹੜਾ ਧੁਨੀ ਕਿਵੇਂ ਬਣਦੀ ਹੈ, ਵਿਅੰਜਨ ਕਿਹੜੇ ਹੁੰਦੇ ਨੇ, ਦੁੱਤ ਅੱਖਰ ਕਿਹੜੇ ਹੁੰਦੇ ਨੇ, ਸਿਹਾਰੀ ਵੈਰੀ ਕਿੱਥੇ ਲੱਗਦੀ ਹੈ, ਕਿਹੜੀ ਲਗ ਮਾਤਰਾ ਕਦੋਂ ਵਰਤੀ ਜਾਂਦੀ ਹੈ। ਠੀਕ ਹੈ, ਇਹ ਸਾਰੀਆਂ ਚੀਜ਼ਾਂ, ਬਿੰਦੀ ਟਿੱਪੀ ਅੱਧਕ ਨੂੰ ਕੀ ਕਹਿੰਦੇ ਆ, ਲਗਾਖਰ ਕਹਿੰਦੇ ਆ ਜਾਂ ਦੁੱਤ ਅੱਖਰ ਕਹਿੰਦੇ ਆ, ਜਾਂ ਦੁੱਤ ਅੱਖਰ ਕਿਹੜੇ ਹੁੰਦੇ ਨੇ। ਠੀਕ ਹੈ, ਇਸੇ ਤਰ੍ਹਾਂ ਫਿਰ ਵਿਆਕਰਨ ਦੇ ਨਾਲ ਹੀ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਲੇਖ ਹੈ, ਇਹਨਾਂ ਬਾਰੇ ਸਵਾਲ ਬਣਦੇ ਆ। ਫਿਰ ਹੈਗੀ 7ਵੀਂ ਕਿਤਾਬ, ਤੁਸੀਂ ਦੇਖ ਰਹੇ ਹੋ, ਦੂਜਾ ਪੜਾਅ। ਠੀਕ ਹੈ, ਮੌਲਿਕ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ। ਇਹਦੇ ਵਿੱਚ ਕਵਿਤਾਵਾਂ ਨੇ, ਲੇਖ ਨੇ, ਕਵਿਤਾ, ਠੀਕ ਆ, ਟਾਲੀ ਬੋਲੀ, ਪਹਿਲ। ਪੁੱਛਿਆ ਜਾਂਦਾ ਅਕਸਰ ਸਵਾਲ ਕਿ ਟਾਲੀ ਬੋਲੀ ਕਿਹਦੀ ਹੈ ਜੀ, ਦਰਸ਼ਨਾਸ਼ਟ ਦੀ ਹੈ। ਗੁਰੂ ਗੋਬਿੰਦ ਸਿੰਘ ਦੀ ਜਿਹੜੀ ਜੀਵਨੀ ਹੈ ਉਹਦੇ ਵਿੱਚ ਕੀ ਦਿੱਤਾ ਹੋਇਆ, ਜਾਂ ਗਜ਼ਲ ਜਿਹੜੀ ਕਵਿਤਾ ਕਿਹਨੇ ਲਿਖੀ ਹੈ। ਠੀਕ ਹੈ, ਜਾਂ ਹੇ ਪਿਆਰੀ ਭਾਰਤ ਮਾਂ ਕੀ ਹੈ, ਕੀ ਇਹ ਕਵਿਤਾ ਹੈ, ਲੇਖ ਹੈ, ਏਦਾਂ ਦੇ ਸਵਾਲ ਬਣਦੇ। ਤੇਰਾ ਸਿੰਘ ਚੰਨ ਲੇਖਕ ਬਾਰੇ ਪੁੱਛੇ ਜਾਂਦੇ ਨੇ। ਇਸੇ ਤਰ੍ਹਾਂ ਇਹਦੇ ਵਿੱਚ ਵੀ ਵਿਆਕਰਨ ਹੈਗਾ, ਮਤਲਬ ਵਿਆਕਰਨ ਤਾਂ HTET ਦਾ ਪਹਿਲੇ ਦਿਨੋਂ ਹੀ ਹਿੱਸਾ ਹੈਗਾ, ਪਰ ਮੈਂ ਜਿਹੜੀ ਤੁਹਾਨੂੰ ਵਿਆਕਰਨ ਪੜਾਊਂਗਾ ਤੁਸੀਂ ਉਮਰ ਭਰ ਨਹੀਂ ਭੁੱਲੋਗੇ, ਗਰੰਟੀ ਹੈ। ਵਿਆਕਰਨ ਦਾ ਤਾਂ ਇੱਕ ਵੀ ਸਵਾਲ ਨਹੀਂ ਗਲਤ ਹੋਊਗਾ, ਸਵਾਲ ਦੂਜੇ ਵੀ ਨਹੀਂ ਗਲਤ ਹੋਣੇ। ਧਿਆਨ ਨਾਲ ਸੁਣੋਗੇ, ਪੜੋਗੇ ਤਾਂ ਆਪਾਂ ਚੰਗੀ ਤਰ੍ਹਾਂ ਇਹ ਕਰਾਂਗੇ। ਤੇ ਮੈਂ ਤੁਹਾਨੂੰ ਇੱਕ ਵਿੱਚ ਦੀ ਇਨਫੋਰਮੇਸ਼ਨ ਦੇ ਦੇਣੀ ਚਾਹੁੰਦਾ ਕਿ ਅਸੀਂ ਜਲਦੀ ਜਿਹੜਾ ਬੈਚ HTET ਪੰਜਾਬੀ ਦਾ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਪੰਜਾਬੀ ਪੈਡਾਗੋਜੀ ਵੀ ਕਰਾਵਾਂਗੇ, ਪੰਜਾਬੀ ਜਿਹੜੀਆਂ ਕਿਤਾਬਾਂ ਤੁਹਾਡੀਆਂ ਹੈਗੀਆਂ ਸਕੂਲ ਦਾ ਸਿਲੇਬਸ ਉਹ ਵੀ ਕਰਾਵਾਂਗੇ, MCQ ਸੈਸ਼ਨ ਵੀ ਹੋਣਗੇ, ਤੁਹਾਨੂੰ ਨੋਟਸ ਵੀ ਮਿਲਣਗੇ ਬਕਾਇਦਾ ਪੈਡਾਗੋਜੀ ਦੇ, ਬਕਾਇਦਾ ਕਿਤਾਬਾਂ ਦੇ। ਠੀਕ ਹੈ, ਬਕਾਇਦਾ ਤੁਹਾਡੇ ਟੈਸਟ ਲਏ ਜਾਣਗੇ। ਤਾਂ 20-25 ਦਿਨਾਂ ਦੇ ਵਿੱਚ ਆਪਾਂ ਸਾਰੇ ਦਾ ਸਾਰਾ ਸਮੇਟ ਦੇਣਾ, ਤੁਹਾਡੇ 60 ਨੰਬਰ ਪੱਕੇ ਕਰ ਦੇਣੇ। ਠੀਕ ਹੈ, ਇਸ ਕਰਕੇ ਹੌਸਲਾ ਨਾ ਹਾਰੋ, ਸਿਲੇਬਸ ਬਦਲਿਆ ਕੋਈ ਚੱਕਰ ਨਹੀਂ, ਆਪਾਂ ਨੰਬਰ ਪੂਰੇ ਦੇ ਪੂਰੇ ਲਵਾਂਗੇ। ਤੁਹਾਡਾ HTET ਕਲੀਅਰ ਕਰਾਉਣਾ ਮੇਰੀ ਜ਼ਿੰਮੇਵਾਰੀ ਹੈ। ਉਡਾਨ ਕਲਾਸ ਹੈਗੀ 8ਵੀਂ ਦੀ ਕਿਤਾਬ ਹੈਗੀ ਹੈ, ਦੇਖੋ ਇਹਦੇ ਵਿੱਚ ਲੇਖ ਹੈਗੇ ਕਰਤਾਰ ਸਿੰਘ ਸਰਾਭੇ ਦਾ, ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ, ਭਾਈ ਵੀਰ ਸਿੰਘ ਦੀ ਕਵਿਤਾ, ਵਹਿਮ ਭਰਮ, ਗਿਆਨੀ ਗੁਰਦੇਵ ਸਿੰਘ ਦਾ ਲੇਖ ਹੈਗਾ, ਇਹਨਾਂ ਬਾਰੇ ਪੜਾਂਗੇ। ਫਿਰ ਇਹਦੇ ਵਿੱਚ ਫਿਰ ਵਿਆਕਰਨ ਆ ਜਾਂਦੇ। ਫਿਰ ਉਸ ਤੋਂ ਬਾਅਦ ਆ ਜਾਂਦੇ CBSE ਦੀਆਂ ਕਿਤਾਬਾਂ ਜਿਹੜੀਆਂ ਛਾਪੀਆਂ ਹੈਗੀਆਂ, ਜਿਹੜੇ CBSE ਨੇ ਛਾਪੀਆਂ ਹੋਈਆਂ ਕਿਤਾਬਾਂ ਜਿਹੜੀਆਂ ਹਰਿਆਣਾ ਬੋਰਡ ਨੇ ਲਾਈਆਂ ਹੋਈਆਂ। ਸਾਹਿਤਕ ਰੰਗ ਹੋ ਗਿਆ, ਠੀਕ ਹੈ, ਉਹਦੇ ਵਿੱਚ ਦੇਖੋ ਜਿਹੜਾ ਕਹਿ ਲਈਏ ਕਿ ਸੰਤੋਖ ਸਿੰਘ ਧੀਰ ਦੀ ਕਹਾਣੀ ਹੈ, ਇਹਨਾਂ 'ਚ ਸਵਾਲ ਆਉਂਦੇ। ਦਲੀਪ ਕੁਟਵਾਣਾ ਦੀ ਜਿਹੜੀ ਸਾਹਿਤਕ ਜਿਹੜੀ ਕਹਿ ਲਈਏ ਕਿ ਇੱਕ ਸਤੀਆ ਸਈ ਨਾਂ ਦੀ ਕਹਾਣੀ ਹੈ, ਇਹਦੇ ਸਵਾਲ ਬਣਦੇ ਆ। ਫਿਰ ਸਾਹਿਤਕ ਕਿਰਨਾਂ ਲੱਗੀ ਹੋਈ ਹੈ 9ਵੀਂ ਦੇ ਵਿੱਚ, 10ਵੀਂ ਦੇ ਵਿੱਚ ਸਾਹਿਤਕ ਰੰਗ ਲੱਗੀ ਹੋਈ ਹੈ। ਫਿਰ ਜਿਹੜਾ ਕਹਿ ਲਈਏ ਕਿ ਸਾਹਿਤਕ ਕਿਰਨਾਂ 2 ਨੰਬਰ 10ਵੀਂ 'ਚ ਲੱਗੀ, ਮਤਲਬ ਇੱਕ ਸਾਹਿਤਕ ਰੰਗ 9ਵੀਂ 'ਚ, ਇੱਕ 10ਵੀਂ 'ਚ, ਇੱਕ ਸਾਹਿਤਕ ਕਿਰਨਾਂ 9ਵੀਂ 'ਚ, ਇੱਕ 10ਵੀਂ ਦੇ ਵਿੱਚ। ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਜਿਹੜਾ ਕਹਿ ਲਈਏ ਕਿ ਸਿਲੇਬਸ ਦੀ ਗੱਲ ਕਰਦੇ ਹੈਗੇ ਅਸੀਂ, ਮੈਂ ਤੁਹਾਨੂੰ ਦਿਖਾਉਣਾ। ਹਾਂ ਦੇਖੋ, ਹੁਣ 9ਵੀਂ 'ਚ ਦਿੱਤਾ ਇਹਨਾਂ ਨੇ ਸਿਲੇਬਸ ਤੁਹਾਡੀ, ਜਿਹੜਾ ਕਹਿ ਲਈਏ ਕਿ ਹਰਿਆਣਾ ਬੋਰਡ ਦੀ ਸਿਲੇਬਸ ਹੈਗਾ ਇਹ, ਉਹਨਾਂ ਨੇ ਜਿਹੜਾ ਜਾਰੀ ਕੀਤਾ ਹੋਇਆ ਕਿ ਜੀ ਸਾਹਿਤਕ ਕਿਰਨਾਂ, ਵਿਆਕਰਨ, ਸਾਹਿਤਕ ਰੰਗ ਇਹ ਪੜਾਇਆ ਜਾਊਗਾ। ਠੀਕ ਹੈ, 9ਵੀਂ ਦੇ ਵਿੱਚ। ਤੇ ਜਿਹੜਾ 10ਵੀਂ ਵਾਲਾ ਵੀ ਤੁਹਾਨੂੰ ਦਿਖਾ ਦਿੰਦਾ ਮੈਂ, 1 ਮਿੰਟ। ਆ ਦੇਖੋ, ਸਾਹਿਤਕ ਕਿਰਨਾਂ, ਵਿਆਕਰਨ ਇਹ ਸਾਰਾ ਪੜਾਇਆ ਜਾਊਗਾ। ਜਿਹੜਾ ਹੈਗਾ 11ਵੀਂ ਕਲਾਸ, ਹੁਣ 11ਵੀਂ ਕਲਾਸ ਦੇ ਵਿੱਚ ਕੀ ਆ, ਕਾਵ ਕਮਾਈ ਨਾਂ ਦੀ ਕਿਤਾਬ ਲੱਗੀ ਹੋਈ ਆ, ਕਥਾ ਕਹਾਣੀ ਲੱਗੀ ਹੋਈ ਆ, ਕਾਵ ਰੂਪ ਲੱਗੀ ਹੋਈ ਆ, ਸਾਹਿਤ ਰੂਪ ਲੱਗੀ ਹੋਈ ਆ, ਤੇ ਪਿੰਗਲ ਰੂਜ਼ ਬਾਰੇ, ਛੰਦਾਂ ਬਾਰੇ ਸਵਾਲ ਆਉਂਦੇ ਆ ਜਿਹੜੇ PGT ਦੇ ਵਿਦਿਆਰਥੀ ਨੇ HTET ਦੇਣਾ। ਤੇ ਇਹ ਤੁਹਾਨੂੰ ਜਿਹੜੀ ਸਾਰੀਆਂ ਕਿਤਾਬਾਂ ਨੇ PDF ਰੂਪ ਦੇ ਵਿੱਚ ਮਿਲ ਜਾਣਗੀਆਂ, ਨੋਟਸ ਰੂਪ ਦੇ ਵਿੱਚ ਮਿਲਣਗੀਆਂ। ਇਸ ਗੱਲ ਦਾ ਤੁਸੀਂ ਕੋਈ ਫਿਕਰ ਨਹੀਂ ਕਰਨਾ। ਕੱਲੀ ਕਿਤਾਬ, ਭਾਵੇਂ ਉਹ ਯੂਨੀਵਰਸਿਟੀ ਨੇ ਛਾਪੀ ਹੈ, ਭਾਵੇਂ ਕਿਸੇ ਹੋਰ ਸੰਸਥਾ ਨੇ ਛਾਪੀ ਹੈ, ਭਾਵੇਂ ਤੁਹਾਡੇ ਹਰਿਆਣਾ ਸਕੂਲ ਐਜੂਕੇਸ਼ਨ ਬੋਰਡ ਨੇ ਛਾਪੀ ਹੈ, ਪਰ ਭਾਵੇਂ CBSE ਨੇ ਛਾਪੀ ਹੈ। ਫਿਰ 12ਵੀਂ ਦਾ ਸਿਲੇਬਸ ਹੈਗਾ ਦੇਖੋ, ਜਿਹਦੇ ਵਿੱਚ ਕਾਵ ਕੀਰਤੀ ਨਾਂ ਦੀ ਕਿਤਾਬ ਲੱਗੀ ਹੋਈ ਹੈ, ਆਧੁਨਿਕ ਗਦ ਰਤਨਾਕਰ ਨਾਂ ਦੀ ਕਿਤਾਬ ਲੱਗੀ ਹੋਈ ਹੈ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਕਿ ਦੇਖੋ ਸੋਭਾ ਸ਼ਕਤੀ ਨਾਂ ਦੀ ਕਿਤਾਬ ਲੱਗੀ ਹੋਈ ਹੈ, ਸੋਭਾ ਸ਼ਕਤੀ ਨਾਟਕ ਹੈਗਾ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਕਰਾਈਆਂ ਜਾਣਗੀਆਂ। ਹੁਣ ਆਪਾਂ ਕੁਝ ਸਵਾਲ ਲੈਣੇ ਆ। ਹਾਂਜੀ, ਆ ਦੇਖੋ, ਇਹ ਵਿਆਕਰਨ ਦੇ ਕੁਝ ਸਵਾਲ ਨੇ ਜਿਹੜੇ ਮੇਰਾ ਖਿਆਲ ਕਿ ਤੁਸੀਂ ਬਚਪਨ ਤੋਂ ਹੀ ਕਰਦੇ ਆਏ ਹੋ, ਕਿ ਜਿਹੜੇ ਸ਼ਬਦ ਮਨੁੱਖ, ਵਸਤੂ ਜਾਂ ਸਥਾਨ ਆਦਿ ਦੇ ਨਾਵਾਂ ਦਾ ਬੋਧ ਕਰਾਉਂਦੇ ਨੇ, ਉਹਨੂੰ ਕੀ ਕਹਿੰਦੇ ਆ ਜੀ? ਉਹਨਾਂ ਨੂੰ ਨਾਮ ਕਹਿੰਦੇ ਆ। ਠੀਕ ਹੈ, ਕਿਸਾਨ ਹਲ ਵਾਹ ਰਿਹਾ, ਕਿਸਾਨ ਨਾਮ ਦੀ ਕਿਹੜੀ ਕਿਸਮ ਹੈ? ਇਹ ਆਮ ਨਾਮ ਹੈ।
ठीक है। इस तरह लिंग ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, 2 ਹੁੰਦੀਆਂ ਨੇ। ਨਰਭੇਦ ਜਿਹੜਾ ਸ਼ਬਦ ਦੱਸਦਾ ਉਹਨੂੰ ਕੀ ਬੋਲਦੇ ਨੇ, ਉਹਨੂੰ ਪੁਲਿੰਗ ਬੋਲਦੇ ਆ, ਠੀਕ ਹੈ। ਮਾਦਾ ਨੂੰ ਇਸਤਰੀ ਲਿੰਗ ਬੋਲਦੇ ਆ। ਪੰਜਾਬੀ ਵਿਆਕਰਨ ਦੇ ਵਿੱਚ ਵਚਨ ਕਿੰਨੇ ਤਰ੍ਹਾਂ ਦੇ ਹੁੰਦੇ ਆ ਜੀ, 2 ਤੇ 1। ਹਾਂ ਮੈਂ ਤੁਹਾਨੂੰ 1 ਮਿੰਟ ਦੱਸਦਾ। ਜਿਹੜਾ ਵਚਨ ਹੈਗਾ ਇਹਦਾ ਮਤਲਬ ਹੁੰਦਾ ਸਿੰਗੂਲਰ ਤੇ ਪਲੂਰਲ ਨਾਲ ਸੰਬੰਧ। ਵਚਨ 2 ਤਰ੍ਹਾਂ ਦੇ ਹੁੰਦੇ ਆ, ਠੀਕ ਆ, ਪਰ ਇਹਦੇ ਨਾਲ ਹੀ ਕਨਫਿਊਜ਼ ਕਰਨ ਵਾਲਾ ਟੌਪਿਕ ਹੈਗਾ ਵਾਚ। ਵਾਚ ਪੰਜਾਬੀ 'ਚ 3 ਤਰ੍ਹਾਂ ਦੇ ਹੁੰਦੇ ਆ, ਉਹ ਆਪਾਂ ਕਰਾਂਗੇ, ਠੀਕ ਹੈ ਜੀ। ਨਾਮ ਦੀ ਥਾਂ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਉਹਨੂੰ ਕੀ ਕਹਿੰਦੇ, ਪੜਨਾਮ ਕਹਿੰਦੇ ਆ, ਠੀਕ ਹੈ ਜੀ। ਫਿਰ ਕਾਲ ਦੇ ਰੂਪ ਕਿੰਨੇ ਹੁੰਦੇ, 3 ਰੂਪ ਹੁੰਦੇ ਆ ਜੀ। ਇਸ ਤਰ੍ਹਾਂ ਕਿਰਿਆ ਵਿਸ਼ੇਸ਼ਣ ਕਿੰਨੇ ਹੁੰਦੇ ਆ ਜੀ, ਕਿਰਿਆ ਵਿਸ਼ੇਸ਼ਣ ਜਿਹੜੇ ਹੁੰਦੇ ਨੇ ਉਹ 8 ਹੁੰਦੇ ਨੇ। ਵਾਕ ਬਣਤਰ, ਵਾਕ ਨੂੰ ਬਣਤਰ ਦੇ ਆਧਾਰ ਤੇ ਕਿੰਨੇ ਸੇ ਵੰਡਿਆ ਜਾਂਦਾ, 3 ਚ ਵੰਡਿਆ ਜਾਂਦਾ, ਸਧਾਰਨ, ਸੰਯੁਕਤ, ਮਿਸ਼ਰਤ। ਸਵਰ ਧੁਨੀਆਂ ਕਿਹੜੀਆਂ ਹੁੰਦੀਆਂ, ਜਿਹੜੀਆਂ ਧੁਨੀਆਂ ਜਦੋਂ ਅਸੀਂ ਬੋਲਦੇ ਹਾਂ ਤੇ ਹਵਾ ਬਿਨਾਂ ਰੁਕੇ ਬਾਹਰ ਨਿਕਲ ਜਾਂਦੀ ਹੈ, ਮਤਲਬ ਜਿੰਨਾ ਧੁਨੀਆਂ ਦੇ ਚਾਰਨ ਵੇਲੇ ਹਵਾ ਰੁਕਦੀ ਨਹੀਂ ਕਿਤੇ ਵੀ, ਤਾਂ 10 ਸਵਰ ਧੁਨੀਆਂ ਨੇ, 3 ਨਹੀਂ ਹੈਗੀਆਂ। ਅਕਸਰ ਤੁਸੀਂ ਊੜਾ, ਆੜਾ, ਈੜੀ ਨੂੰ ਸਵਰ ਧੁਨੀਆਂ ਕਹਿ ਦਿੰਦੇ, ਜੋ ਬਿਲਕੁਲ ਗਲਤ ਹੈ। ਇਹ ਸਵਰ ਵਾਹਕ ਤੇ ਜਾਂ ਇਹ ਸਵਰ ਅੱਖਰ ਨੇ, ਇਹ ਸਵਰ ਨਹੀਂ ਹੈਗੇ। ਇਹਨਾਂ ਤੋਂ 10 ਸਵਰ ਬਣਦੇ, ਜਦੋਂ ਲਗਾ ਮਾਤਰਾ ਲੱਗ ਜਾਂਦੀ ਹੈ ਨਾ, ਉਹ 10 ਸਵਰ ਬਣ ਜਾਂਦੇ। ਕਿਹੜੇ ਕਿਹੜੇ, ਅ, ਆ, ਏ, ਈ, ਓ, ਊ, ਏ, ਐ, ਓ, ਔ। ਇਹ 10 ਸਵਰ ਨੇ, ਠੀਕ ਹੈ ਜੀ। ਊੜਾ, ਆੜਾ, ਈੜੀ ਕੀ ਨੇ, ਇਹ ਜੀ ਸਵਰ ਵਾਹਕ ਨੇ, ਸਵਰ ਧੁਨੀਆਂ ਨਹੀਂ ਹੈਗੀਆਂ। ਨਾਦੀ ਵਿਅੰਜਨ ਚੁਣੋ, ਜਿਨ੍ਹਾਂ ਵੇਲੇ ਨਾਦ ਪੈਦਾ ਹੁੰਦਾ, ਗੱਗਾ ਤੇ ਜੱਜਾ ਨੇ, ਠੀਕ ਹੈ। ਦੁੱਤ ਅੱਖਰ ਕਿਹੜੇ ਹੁੰਦੇ ਆ ਜੀ, ਰਾਰਾ, ਹਾਹਾ ਤੇ ਬਾਵਾ 3 ਹੁੰਦੇ ਨੇ। ਅਰਧ ਸਵਰ ਯਈਆ ਤੇ ਬਾਵਾ ਹੁੰਦੇ ਆ, ਠੀਕ ਹੈ ਜੀ। ਤਾਂ ਇਸ ਕਿਸਮ ਦੇ ਜਿਹੜੇ ਸਵਾਲ ਉਹ ਵਿਆਕਰਨ ਦੇ ਵਿੱਚ ਨੇ। ਕਾਸ਼ ਮੇਰਾ ਪੇਪਰ ਪਾਸ ਹੋ ਜਾਂਦਾ, ਕਿਹੜਾ ਵਿਸਮਿਕ ਹੈ, ਠੀਕ ਹੈ ਜੀ। ਕਾਸ਼, ਜਦੋਂ ਵੀ ਕਾਸ਼ ਲੱਗਿਆ ਹੋਵੇ ਕਿਹੜਾ ਵਿਸਮਿਕ ਹੁੰਦਾ, ਉਹ ਹੁੰਦਾ ਜੀ ਇੱਛਾਵਾਚਕ ਵਿਸਮਿਕ। ਇੱਛਾਵਾਚਕ, ਜਦੋਂ ਤੁਸੀਂ ਕੋਈ ਇੱਛਾ ਪ੍ਰਗਟ ਕਰਦੇ ਹੋ, ਜਿਵੇਂ ਕਾਸ਼ ਰੱਬਾ ਨਵੇਂ ਸਿਲੇਬਸ ਦੇ ਮੁਤਾਬਕ ਮੇਰਾ ਪੇਪਰ ਪਾਸ ਹੋ ਜਾਏ, ਪੰਜਾਬੀ ਦਾ 60 ਚੋਂ 60 ਆ ਜਾਣ, ਤੁਹਾਡੀ ਇੱਛਾ ਚਾਹੀਦੀ ਆ, ਮੇਰੀ ਤੇ ਤੁਹਾਡੀ ਰਲ ਕੇ ਮਿਹਨਤ ਹੋਊਗੀ, ਪਾਸ ਕਰਨ ਤੋਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਪਾਸ ਕਰਨਾ ਤੁਹਾਡੇ ਲਈ ਜ਼ਰੂਰੀ ਹੈ, ਕਿਉਂਕਿ ਤੁਹਾਡੀਆਂ ਪੋਸਟਾਂ ਆਈਆਂ ਹੋਈਆਂ ਨੇ, ਖਿਆਲ ਰੱਖਿਓ। ਗੁਰਮੁਖੀ ਦੇ ਲਗਾਖਰ ਜੀ ਦੱਸੋ ਜੀ ਕਿਹੜੇ ਹੁੰਦੇ ਨੇ, ਬਿੰਦੀ, ਟਿੱਪੀ ਤੇ ਅੱਧਕ। ਸਵਰ ਵਿਅੰਜਨ ਵੱਖਰੇ ਹੁੰਦੇ ਨੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇ ਸਵਾਲ ਹੈਗੇ ਆ। ਕੰਠੀ ਵਿਅੰਜਨ, ਦੰਤੀ ਵਿਅੰਜਨ, ਲਘੂ ਸਵਰ ਧੁਨੀ ਕਿਹੜੀ ਹੁੰਦੀ ਆ, ਊੜਾ ਅੱਖਰ ਦੇ ਨਾਲ ਕਿੰਨੀਆਂ ਲਗਾ ਲੱਗਦੀਆਂ, ਈੜੀ ਦੇ ਨਾਲ ਕਿੰਨੀਆਂ ਲੱਗਦੀਆਂ, ਤਮਾਮ ਇਸ ਕਿਸਮ ਦੇ ਸਵਾਲ ਹੈ। ਤਾਂ ਹਾਂ, ਜੇ ਹੁਣ ਮੈਂ ਤੁਹਾਨੂੰ ਪੈਡਾਗੋਜੀ ਦਾ ਮੋਟਾ ਦਿਖਾਵਾਂ ਵੇਰਵਾ ਕਿ ਪੰਜਾਬੀ ਪੈਡਾਗੋਜੀ ਦੇ ਵਿੱਚ ਕੀ ਕੁਛ ਆਉਂਦਾ ਹੈਗਾ, ਦੇਖੋ। ਵੈਸੇ ਤਾਂ ਤੁਹਾਨੂੰ ਮੈਂ ਦੱਸਤਾ ਹੈਗਾ, ਭਾਸ਼ਾ ਸਿੱਖਿਆ ਸੂਤਰ ਹੈਗੇ ਆ, ਜਿਨ੍ਹਾਂ 'ਚ ਗਿਆਤ ਤੋਂ ਗਿਆਤ, ਸਰਲ ਤੋਂ ਕਠਨ, ਪੂਰਨ ਤੋਂ ਅੰਸ਼ ਵੱਲ, ਮੂਰਤ ਤੋਂ ਮੂਰਤ ਵੱਲ, ਮਨੋਵਿਗਿਆਨਕ ਤੋਂ ਤਾਰਕਿਕ ਗੱਲ, ਵਿਸ਼ੇਸ਼ ਤੋਂ ਸਧਾਰਨ ਵੱਲ, ਭਾਸ਼ਾਈ ਕੌਸ਼ਲ, ਸੁਣਨ ਤੇ ਸਮਝਣ ਦਾ ਕੌਸ਼ਲ, ਠੀਕ ਹੈ। ਦੇਖੋ 2 ਤਰ੍ਹਾਂ ਦੇ ਹਿੱਸਿਆਂ 'ਚ ਵੰਡਦੇ ਹਾਂ ਅਸੀਂ ਭਾਸ਼ਾਈ ਕੌਸ਼ਲ ਨੂੰ। ਇੱਕ ਗ੍ਰਹਿਣਤਾ, ਕਿ ਜਿਹਨਾਂ ਨੂੰ ਅਸੀਂ ਗ੍ਰਹਿਣ ਕਰਦੇ ਹਾਂ, ਮਤਲਬ ਜਿਹੜਾ ਅਸੀਂ ਇਨਟੇਕ ਕਰਦੇ ਹਾਂ, ਜਿਹਨਾਂ ਨੂੰ ਅਸੀਂ ਰਿਸੀਵ ਕਰਦੇ ਹਾਂ, ਠੀਕ ਆ। ਇੱਕ ਹੁੰਦੇ ਨੇ ਜਿਹਨਾਂ ਨੂੰ ਅਸੀਂ ਪ੍ਰਗਟ ਕਰਦੇ ਹਾਂ, ਜਦੋਂ ਅਸੀਂ ਬੋਲਦੇ ਹਾਂ, ਮਤਲਬ ਕਿ ਇਹਨਾਂ ਦਾ ਸੰਬੰਧ ਹੋਣਾ ਇਨਪੁਟ ਦੇ ਨਾਲ, ਠੀਕ ਹੈ। ਇਹਨਾਂ ਦਾ ਸੰਬੰਧ ਹੁੰਦਾ ਆਊਟਪੁੱਟ ਦੇ ਨਾਲ। ਇਨਪੁਟ ਦਾ ਮਤਲਬ ਕਿ ਤੁਸੀਂ ਜਦੋਂ ਵੀ ਸੁਣੋਗੇ ਤਾਂ ਵੀ ਕੋਈ ਚੀਜ਼ ਅੰਦਰ ਜਾ ਰਹੀ ਹੈ, ਗਿਆਨ ਪੜ੍ਹੋਗੇ ਤਾਂ ਵੀ ਕੁਛ ਅੰਦਰ ਜਾ ਰਿਹਾ। ਆਊਟਪੁੱਟ ਮਤਲਬ ਬੋਲੋਗੇ ਤਾਂ ਵੀ ਗੱਲ ਬਾਹਰ ਆ ਰਹੀ ਹੈ, ਲਿਖੋਗੇ ਤਾਂ ਵੀ ਆਪਣੀ ਮਨ ਦੀ ਭਾਵਨਾ ਪ੍ਰਗਟ ਕਰਦੇ ਹੋ। ਤਾਂ ਮੰਨਿਆ ਜਾਂਦਾ ਕਿ 5ਵੀਂ ਤੱਕ, ਖਾਸ ਕਰ ਪ੍ਰਾਇਮਰੀ ਪੱਧਰ ਤੱਕ, ਜਿਹੜੇ ਇਹ ਚਾਰੇ ਦੇ ਚਾਰੇ ਕੌਸ਼ਲ ਤੁਹਾਡੇ ਪੂਰੇ ਸਟਰੋਂਗ ਹੋਣੇ ਜਾਣੇ ਚਾਹੀਦੇ ਆ। ਤਾਂ ਪ੍ਰਾਇਮਰੀ ਸਿੱਖਿਆ ਦਾ ਸਭ ਤੋਂ ਵੱਡਾ ਮਕਸਦ ਇਹਨਾਂ ਕੌਸ਼ਲਾਂ ਨੂੰ ਦਰੁਸਤ ਕਰਨਾ ਹੁੰਦਾ, ਇਹਨਾਂ ਕੌਸ਼ਲਾਂ ਦੇ ਵਿੱਚ ਬੱਚੇ ਨੂੰ ਪਰਪੱਕ ਕਰਨਾ ਹੁੰਦਾ, ਠੀਕ ਹੈ। ਫਿਰ ਇਹਨਾਂ ਦੀਆਂ ਸਾਰੀਆਂ ਟੈਕਨੀਕਸ ਆ ਜਾਂਦੀਆਂ ਨੇ ਕਿ ਕਿਉਂ ਸੁਣਿਆ ਸਮਝਣਾ ਜ਼ਰੂਰੀ ਹੈ, ਕਿਉਂਕਿ ਸਿੱਧੀ ਜੀ ਗੱਲ ਹੈ, ਜਿਹੜਾ ਬੱਚਾ ਸੁਣ ਨਹੀਂ ਸਕਦਾ ਉਹ ਸਮਝ ਨਹੀਂ ਸਕਦਾ, ਠੀਕ ਹੈ। ਫਿਰ ਸੁਣ ਸਮਝਣ ਦੇ ਲਈ ਕੀ ਹੋਣਾ ਚਾਹੀਦਾ, ਉੱਚੀ ਪਾਠ ਕਰਾਉਣਾ, ਆਪਸੀ ਗੱਲਬਾਤ ਕਰਾਉਣੀ ਹੈ, ਭਾਸ਼ਣ, ਵਾਦ ਹੋਣਾ ਚਾਹੀਦਾ, ਪ੍ਰਸ਼ਨ ਉੱਤਰ ਵਿਧੀ ਹੋਣੀ ਚਾਹੀਦੀ ਹੈ, ਬੋਲ ਲਿਖਤ ਜਿਹਨੂੰ ਬੋਲਦਾ ਡਿਕਟੇਸ਼ਨ। ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਡਿਕਟੇਸ਼ਨ। ਜੇ ਤੁਸੀਂ ਇਹ ਦੇਖਣਾ ਹੋਵੇ ਕਿ ਬੱਚੇ ਨੂੰ ਸਹੀ ਸੁਣ ਰਿਹਾ ਕਿ ਨਹੀਂ ਸੁਣ ਰਿਹਾ, ਕਿਉਂਕਿ ਤੁਸੀਂ ਬੋਲੋਗੇ, ਮੰਨ ਲਓ ਤੁਸੀਂ ਬੋਲਿਆ ਸਾ, ਠੀਕ ਹੈ, ਸਾ, ਤੇ ਬੱਚੇ ਨੇ ਲਿਖਤਾ ਜੀ ਉੱਥੇ ਰਾਹ। ਤੁਸੀਂ ਸਿਖਾਇਆ ਉਹਨੂੰ ਪਹਿਲਾਂ ਕਿ ਸਾਹ ਐਵੇਂ ਲਿਖਣਾ, ਤੁਸੀਂ ਜਦੋਂ ਸਾਹ ਬੋਲਿਆ ਪਰ ਬੱਚੇ ਨੇ ਲਿਖਤਾ ਰਾਹ, ਇਹਦਾ ਮਤਲਬ ਕਿ ਜੋ ਤੁਸੀਂ ਬੋਲਦੇ ਪਏ ਹੋ ਜਾਂ ਤਾਂ ਬੱਚੇ ਨੂੰ ਉਹ ਚੰਗੀ ਤਰ੍ਹਾਂ ਸੁਣ ਨਹੀਂ ਰਿਹਾ, ਜਾਂ ਜੋ ਤੁਸੀਂ ਬੋਲਦੇ ਪਏ ਹੋ ਬੱਚੇ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆ ਰਿਹਾ, ਜਿਹਦੇ ਕਰਕੇ ਉਹ ਗਲਤ ਲਿਖਦਾ ਪਿਆ। ਤਾਂ ਇਹਦੇ ਲਈ ਡਿਕਟੇਸ਼ਨ ਜਿਹੜੀ ਹੈ ਬੋਲ ਲਿਖਤ ਵਰਤੀ ਜਾਂਦੀ, ਜਦੋਂ ਟੀਚਰ ਬੋਲਦਾ ਤੇ ਬੱਚੇ ਟੀਚਰ ਨੂੰ ਸੁਣ ਕੇ ਲਿਖਦੇ ਆ। ਤਾਂ ਹੋਰ ਕਿਹੜੇ ਕਿਹੜੇ ਕੰਮਾਂ ਦੇ ਲਈ ਇਹ
ਸਕਿੱਲਸ ਦੇ ਲਈ ਇੰਪਰੂਵ ਕਰਨ ਵਾਸਤੇ ਕੰਮ ਆਉਂਦੀ ਹੈ, ਇਹ ਵੀ ਆਪਾਂ ਗੱਲ ਕਰਾਂਗੇ। ਮੌਖਿਕ ਪ੍ਰਗਟਾਵਾ ਕਿਉਂ ਜ਼ਰੂਰੀ ਹੈ? ਜੇ ਬੋਲਣਾ ਨਹੀਂ ਸਿੱਖੋਗੇ ਤਾਂ ਚੰਗੇ ਬੁਲਾਰੇ ਨਹੀਂ ਬਣੋਗੇ, ਚੰਗੇ ਬੁਲਾਰੇ ਨਹੀਂ ਬਣੋਗੇ ਤਾਂ ਅਧਿਆਪਕ ਨਹੀਂ ਬਣ ਸਕਦੇ, ਚੰਗੇ ਬੁਲਾਰੇ ਨਹੀਂ ਬਣੋਗੇ ਤਾਂ ਜਰਨਲਿਸਟ ਨਹੀਂ ਬਣ ਸਕਦੇ, ਨੇਤਾ ਨਹੀਂ ਬਣ ਸਕਦੇ, ਆਪਣੀ ਗੱਲ ਦੂਜੇ ਨੂੰ ਕਹਿ ਨਹੀਂ ਸਕਦੇ। ਇਹ ਸਾਰੀਆਂ ਚੀਜ਼ਾਂ ਨੇ, ਇਹਦੇ ਲਈ ਹੋਣਾ ਚਾਹੀਦਾ ਤੁਹਾਡਾ, ਠੀਕ ਹੈ। ਫਿਰ ਉਸ ਤੋਂ ਬਾਅਦ ਅੱਗੇ ਆਉਂਦਾ ਰੀਡਿੰਗ, ਜਿਹਦੇ ਵਿੱਚ ਅਸੀਂ ਕਰਦੇ ਹਾਂ, ਇੱਕ ਲਾਊਡ ਰੀਡਿੰਗ ਹੁੰਦੀ ਆ, ਠੀਕ ਹੈ। ਮੌਨ ਰੀਡਿੰਗ ਜਿਹੜੀ 6ਵੀਂ ਤੋਂ ਬਾਅਦ ਸ਼ੁਰੂ ਹੁੰਦੀ ਹੈ, ਲਾਊਡ ਰੀਡਿੰਗ 5ਵੀਂ ਤੱਕ ਚੱਲਦੀ ਹੈ। ਜਿਹੜਾ ਕਹਿ ਲਈਏ ਕਿ ਮੌਨ ਰੀਡਿੰਗ 6ਵੀਂ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ, ਸਾਰੀ ਲਾਈਫ ਤੱਕ ਮੌਨ ਰੀਡਿੰਗ ਹੀ ਕਰਨੀ ਹੈ। ਇੰਟੈਂਸਿਵ ਤੇ ਐਕਸਟੈਂਸਿਵ ਰੀਡਿੰਗ ਹੁੰਦੀ ਹੈ। ਇੰਟੈਂਸਿਵ ਕਿ ਜਦੋਂ ਤੁਸੀਂ ਬਰੀਕੀ ਨਾਲ ਪੜ੍ਹਦੇ ਹੋ ਕੱਲੀ ਚੀਜ਼ ਨੂੰ, ਐਕਸਟੈਂਸਿਵ ਜਦੋਂ ਤੁਸੀਂ ਆਨੰਦ ਲੈਣ ਦੇ ਲਈ ਮੋਟਾ ਪੜ੍ਹਦੇ ਹੋ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜਾ ਕਹਿ ਲਈਏ ਕਿ ਇਹਦਾ ਹਿੱਸਾ ਨੇ। ਫਿਰ ਉਸ ਤੋਂ ਬਾਅਦ ਜਿਹੜਾ ਕਹਿ ਲਈਏ ਕਿ ਅਗਲਾ ਜਿਹੜਾ ਸਾਡਾ ਆ ਜਾਂਦਾ ਹੈਗਾ ਮੇਜਰ ਟੌਪਿਕ, ਉਹ ਆ ਜਾਂਦਾ ਕਿ ਜਦੋਂ ਤੁਸੀਂ ਪੜ੍ਹਾਉਣਾ ਸਿਖਾਉਣਾ ਬੱਚੇ ਨੂੰ, ਮੰਨ ਲਓ ਪੰਜਾਬੀ ਸਿਖਾਉਣੀ ਹੈ, ਲਿਖਣੀ ਸਿਖਾਉਣੀ ਹੈ ਨਾ, ਰਾਈਟਿੰਗ ਸਕਿੱਲ ਇੰਪਰੂਵ ਕਰਨੀ ਹੈ, ਤਾਂ ਉਹਦੇ 'ਚ ਇੱਕ ਅੱਖਰ ਜੁੱਟ ਵਿਧੀ ਵਰਤੀ ਜਾਂਦੀ ਹੈ। ਅੱਖਰ ਜੁੱਟ ਵਿਧੀ ਕੀ ਹੁੰਦੀ ਆ ਕਿ ਬੱਚੇ ਨੇ ਜਦੋਂ ਪੰਜਾਬੀ ਦੇ ਅੱਖਰ ਸਿਖਾਉਣੇ ਆ, ਇੱਕ ਤਾਂ ਵਰਣਮਾਲਾ ਵਿਧੀ ਹੁੰਦੀ ਹੈ, ਠੀਕ ਹੈ, ਕਿ ਤੁਸੀਂ ਊੜਾ ਆੜਾ ਈੜੀ ਸੀਕੁਐਂਸ ਸਿਖਾ ਦਿਓ, ਇੱਕ ਪੈਸਟੋਲੋਜੀ ਮੈਥਡ ਹੈ, ਇੱਕ ਮੰਟੈਸਰੀ ਮੈਥਡ ਹੈ। ਜਿਹੜਾ ਅੱਖਰ ਜੁੱਟ ਵਿਧੀ ਹੁੰਦੀ ਹੈ ਨਾ, ਅੱਖਰ ਜੁੱਟ ਵਿਧੀ, ਉਹਦੇ 'ਚ ਕੀ ਹੁੰਦਾ ਕਿ ਇੱਕ ਅੱਖਰ ਉਹ ਚੂਜ਼ ਕਰ ਲਓ ਜੀ ਤੋਂ ਹੋਰ ਅੱਖਰ ਬਣ ਸਕਦੇ ਹੋਣ। ਕਿਉਂਕਿ ਦੇਖੋ ਜਦੋਂ ਸਿੱਧੀ ਜੀ ਗੱਲ ਆ, ਬੱਚਾ ਹਾਹਾ, ਹੁਣ ਮੈਂ ਇੱਥੇ 4 ਜਿਹੜੇ ਨੇ ਹਾਹੇ ਲਿਖ ਲਾਂ, ਹਨਾ। ਬੱਚਾ ਜਦੋਂ ਹਾਹਾ ਲਿਖਣਾ ਸਿੱਖ ਗਿਆ ਤਾਂ ਤੁਸੀਂ ਉਹਨੂੰ ਕਹੋ ਬੱਚੇ ਇੱਥੋਂ ਲਾਈਨ ਖਿੱਚ ਦੇ, ਇੱਕ ਰਾਰਾ ਬਣ ਗਿਆ। ਫਿਰ ਉਹਨੂੰ ਕਹੋ ਕਿ ਬੱਚੇ ਇੱਥੋਂ ਲਾਈਨ ਖਿੱਚ ਦੇ, ਠੀਕ ਹੈ, ਤੇ ਇੱਥੇ ਲਾ ਦੇ ਤੂੰ ਇਉਂ ਡੰਡੀ। ਇਹ ਕੀ ਬਣ ਗਿਆ ਜੀ? ਇਹ ਕੀ ਬਣ ਗਿਆ? ਇਹ ਬਣ ਗਿਆ ਗੱਗਾ, ਠੀਕ ਹੈ। ਮਤਲਬ ਕਿ ਆਹਾ ਜਿਹੜਾ ਹੈਗਾ ਅੱਖਰ ਲਿਖਿਆ ਹੈ, ਤੁਸੀਂ ਉਹਨੂੰ ਕਹੋ ਕਿ ਐਂ ਖਿੱਚ ਦੇ ਤੇ ਇੱਥੋਂ ਥੱਲੇ ਖਿੱਚ ਦੇ, ਇਹ ਕੀ ਬਣ ਗਿਆ? ਮੰਮਾ। ਫਿਰ ਉਹਨੂੰ ਕਹਿਣਾ ਕਿ ਜਿੱਥੋਂ ਐਂ ਖਿੱਚ ਦੇ, ਐਂ ਖਿੱਚ ਦੇ, ਐਂ ਖਿੱਚ ਦੇ, ਸੱਸਾ ਬਣ ਗਿਆ। ਮਤਲਬ ਅੱਖਰ ਜੁੱਟ ਦਾ ਮਤਲਬ ਹੁੰਦਾ ਕਿ ਬੱਚਾ ਨਾ ਸਿੱਖਦਾ ਹੈਗਾ ਇੱਕ ਇੰਟਰਸਟਿੰਗ ਤਰੀਕੇ ਦੇ ਨਾਲ, ਕਿ ਉਹਨੂੰ ਤੁਸੀਂ ਛੋਟੀ ਚੀਜ਼ ਦੇ ਦਿਓ, ਤੁਹਾਨੂੰ ਦੱਸ ਦਿਓ ਕਿ ਆਹ ਇਹਦੇ ਨਾਲ ਮੇਲ ਕੇ ਇੰਨੀ ਕੁ ਡੰਡੀ ਨਾਲ ਲਾ ਕੇ ਨਵਾਂ ਸ਼ਬਦ ਬਣ ਜੂ, ਨਵਾਂ ਅੱਖਰ ਬਣ ਜੂਗਾ। ਇਹ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਇਸ, ਕਿਉਂਕਿ ਪੰਜਾਬੀ ਦੇ ਵਿੱਚ ਤਾਂ ਫੋਲੋ ਬਹੁਤ ਹੁੰਦਾ। ਤੁਸੀਂ ਬੱਚੇ ਨੇ ਇੱਕ ਪੱਪਾ ਸਿੱਖ ਲਿਆ, ਖੱਖਾ ਤੇ ਤੁਹਾਨੂੰ ਮਿਹਨਤ ਨਹੀਂ ਕਰਨੀ ਪੈਣੀ, ਖੱਖਾ ਆਪਣੇ ਆਪ ਸਿੱਖ ਜੂਗਾ, ਧੱਦਾ ਵੀ ਆਪਣੇ ਆਪ ਸਿੱਖ ਜੂਗਾ, ਥੱਥਾ ਵੀ ਆਪਣੇ ਆਪ ਸਿੱਖ ਜੂਗਾ, ਥੋੜਾ ਜਿਹਾ ਦੱਸਣਾ ਹੈ। ਇਸੇ ਤਰ੍ਹਾਂ ਟਹਿੰਗਾ ਸਿੱਖ ਗਿਆ ਤਾਂ ਜਿਹੜਾ ਕਹਿ ਲਈਏ ਕਿ ਈੜੀ ਸਿੱਖ ਜੂਗਾ, ਠੀਕ ਹੈ, ਤੇ ਆ ਸਿੱਖ ਜੂਗਾ। ਇਹਨੂੰ ਬੋਲਦੇ ਆ ਨਈਆਂ, ਨਈਆਂ, ਔਆਂ ਨਹੀਂ ਬੋਲਦੇ, ਅਈਆਂ ਨਹੀਂ ਬੋਲਦੇ, ਨਈਆਂ ਬੋਲਦੇ ਆ, ਠੀਕ ਹੈ ਜੀ। ਇਸੇ ਤਰ੍ਹਾਂ ਇੱਕ ਸਿੰਬਲ ਹੁੰਦਾ ਆਹ, ਜਿਹਨੂੰ ਬੋਲਦੇ ਆ ਨੰਗਾ, ਨੰਗਾ ਤੇ ਜਾਂ ਅੰਗਾ, ਅੰਗਾ। ਜਿਵੇਂ ਲਿਖਿਆ ਜਾਂਦਾ, ਆ ਕੀ ਲਿਖਿਆ? ਕੰਗਾ, ਕੰਗਾ, ਕੰਗਾ ਨਹੀਂ ਕੰਗਾ, ਕੰਗਣ। ਇਹ ਬਾਣੀ ਚ ਆਉਂਦੇ ਨੇ ਸ਼ਬਦ। ਇਸੇ ਤਰ੍ਹਾਂ ਤੱਤਾ ਸਿੱਖ ਗਿਆ ਭਾਈ, ਡੱਡਾ ਸਿੱਖ ਜੂਗਾ, ਭੱਬਾ ਸਿੱਖੂ, ਡਾੜਾ ਸਿੱਖ ਜੂਗਾ, ਠੀਕ ਹੈ ਜੀ। ਦੱਦਾ ਸਿੱਖ ਗਿਆ, ਢੱਡਾ, ਫੱਫਾ, ਚੱਚਾ ਸਿੱਖ ਜੂ। ਕਹਿਣ ਦਾ ਮਤਲਬ ਕਿ ਅੱਖਰ ਜੁੱਟ ਵਿਧੀ ਜਿਹੜੀ ਆ ਪੰਜਾਬੀ ਗੁਰਮੁਖੀ ਲਿਪੀ ਦੇ ਅੱਖਰ ਸਿਖਾਉਣ ਵਾਸਤੇ ਸਭ ਤੋਂ ਜ਼ਿਆਦਾ ਉਚਿਤ ਵਧੀਆ ਵਿਧੀ ਹੈ, ਜਿਹਦੇ ਨਾਲ ਬੱਚਾ ਛੇਤੀ ਵੀ ਸਿੱਖ ਜਾਂਦਾ, ਉਹਦੇ ਦਿਮਾਗ ਦੇ ਵਿੱਚ ਪੈਟਰਨ ਵੀ ਚੰਗੀ ਤਰ੍ਹਾਂ ਬਹਿ ਜਾਂਦੇ ਆ। ਇਹਦੀ ਲਿਮਿਟ ਕੀ ਹੈ? ਇਹਦੀ ਲਿਮਿਟ ਇਹ ਹੈ ਕਿ ਬੱਚੇ ਨੂੰ ਛੇਤੀ ਤਰਤੀਬ ਨਹੀਂ ਬਣਾਉਣੀ ਆਉਂਦੀ, ਤਰਤੀਬ ਬਣਾਉਣਾ ਤੁਹਾਡਾ ਕੰਮ ਹੈ, ਇਹ ਟੀਚਰ ਨੇ ਸਿਖਾਉਣਾ। ਤਰਤੀਬ ਦਾ ਮਤਲਬ ਕਿ ਉਹਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਊੜਾ, ਫਿਰ ਆੜਾ, ਫਿਰ ਈੜੀ, ਫਿਰ ਸੱਸਾ, ਫਿਰ ਹਾਹਾ, ਠੀਕ ਹੈ। ਉਹ ਤਰਤੀਬ ਨਾਲ ਦੀ ਨਾਲ ਤੁਸੀਂ ਇਹਨੂੰ ਦੱਸਣੀ ਹੁੰਦੀ ਹੈ, ਇਹ ਤੁਹਾਡਾ ਕੰਮ ਹੁੰਦਾ ਐਜ਼ ਏ ਟੀਚਰ। ਚਲੋ ਜੀ, ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰੇ ਤਰੀਕੇ ਹੈ। ਫਿਰ ਕਵਿਤਾ ਕਿਵੇਂ ਪੜ੍ਹਾਉਣੀ ਹੈ? ਕਵਿਤਾ ਕਿਵੇਂ ਪੜ੍ਹਾਉਣੀ ਹੈ ਜੀ? ਗਾ ਕੇ ਪੜ੍ਹਾਉਣੀ ਹੈ, ਨਾਟ ਵਿਧੀ ਰਾਹੀਂ ਪੜ੍ਹਾਉਣੀ ਹੈ। ਉੱਚ ਸ਼੍ਰੇਣੀਆਂ 'ਚ ਕਿਵੇਂ ਪੜ੍ਹਾਉਣੀ ਹੈ? ਉੱਚ ਸ਼੍ਰੇਣੀ 'ਚ ਪੜ੍ਹਾਉਣ ਦਾ ਮਕਸਦ ਹੁੰਦਾ ਕਿ ਬੱਚਾ ਕ੍ਰਿਟੀਸਾਈਜ਼ ਕਰ ਸਕੇ, ਆਲੋਚਨਾ ਕਰ ਸਕੇ ਕਵਿਤਾ ਦੀ। ਇਹ ਦੇਖ ਸਕੇ ਕਿ ਜੇ ਭਾਈ ਵੀਰ ਸਿੰਘ ਦੀ ਕਵਿਤਾ ਤੇ ਦੂਜੇ ਪਾਸੇ ਨੰਦ ਲਾਲ ਨੂਰਪੁਰੀ ਦੀ ਕਵਿਤਾ, ਦੋਨਾਂ 'ਚ ਕੀ ਫਰਕ ਹੈ, ਠੀਕ ਹੈ। ਭਾਈ ਵੀਰ ਸਿੰਘ ਤੇ ਚਾਤਰਿਕ 'ਚ ਕੀ ਫਰਕ ਹੈ? ਭਾਈ ਵੀਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਕਹਿ ਲਈਏ ਕਿ ਅਰਸ਼ਾਂ ਦੇ ਕਵੀ ਕਿਹਾ ਜਾਂਦਾ, ਮਤਲਬ ਕਿ ਅਧਿਆਤਮਵਾਦ ਦੀ ਗੱਲ ਕਰਦੇ ਆ। ਧਨੀ ਰਾਮ ਚਾਤਰਿਕ ਜਿਹੜੇ ਫਰਸ਼ਾਂ ਦੇ ਕਵੀ ਆ, ਇਸ ਦੁਨੀਆ ਦੀ ਗੱਲਾਂ ਕਰਦੇ ਆ। ਇਹ ਸਾਰੀਆਂ ਚੀਜ਼ਾਂ ਬੱਚੇ ਤੋਂ ਡਿਮਾਂਡ ਕਰੀ ਜਾਂਦੀ ਕਿ 9ਵੀਂ ਤੋਂ ਲੈ ਕੇ 12ਵੀਂ ਤੱਕ ਉਹ ਇੱਕ ਦੂਜੇ ਨੂੰ ਵੇਖਣ ਲੱਗ ਜਾਏ ਕਿ ਕੰਪੈਰੀਜ਼ਨ ਕੀ ਆ। ਪਰ 8ਵੀਂ 5ਵੀਂ ਤੱਕ ਦਾ ਸਿਰਫ ਉਹਨੂੰ ਕਵਿਤਾ ਪੜ੍ਹਨੀ ਸਿਖਾਉਣੀ, ਉਹਦਾ ਲੈ ਤਾਲ ਬਣਾਉਣਾ, ਠੀਕ ਹੈ, ਜਾਂ ਉਹਦਾ ਇੱਕ ਦਿਲਚਸਪੀ ਬਣਾਉਣੀ ਹੁੰਦੀ ਹੈ ਪੜ੍ਹਨ ਦੇ ਵਿੱਚ। ਇਸ ਲਈ ਪ੍ਰਾਇਮਰੀ ਪੱਧਰ ਤੇ ਜਿਹੜਾ ਲਿਟਰੇਚਰ ਪੜ੍ਹਾਇਆ ਜਾਂਦਾ। 6ਵੀਂ ਦੇ ਵਿੱਚ ਉਹਨੂੰ ਹੌਲੀ ਹੌਲੀ ਸਾਹਿਤ ਦੇ ਨਾਲ ਜੋੜਨਾ ਹੁੰਦਾ, ਉਹਦੇ ਵਿੱਚ ਇੱਕ ਜਿਹੜੀ ਕਹਿ ਲਈ ਕਿ ਕ੍ਰਿਟੀਕਲ ਥਿੰਕਿੰਗ ਨੂੰ ਡਿਵੈਲਪ ਕਰਨਾ ਹੁੰਦਾ। ਤੇ ਅਸੀਂ ਕ੍ਰਿਟੀਕਲ ਥਿੰਕਿੰਗ ਜਿਹੜੀ ਆਲੋਚਨਾਤਮਕ ਤਰੀਕਾ ਹੈਗਾ 9ਵੀਂ ਤੋਂ ਬਾਅਦ ਜਾ ਕੇ ਸ਼ੁਰੂ ਹੁੰਦਾ। ਤਾਂ ਸਾਰੀਆਂ ਚੀਜ਼ਾਂ ਦੇ ਅਲੱਗ-ਅਲੱਗ ਤਰੀਕੇ ਹੈਗੇ। ਕਵਿਤਾ ਦੇ ਲਈ ਸਭ ਤੋਂ ਵਧੀਆ ਤਰੀਕਾ ਕੀ ਮੰਨਿਆ ਜਾਂਦਾ? ਗੀਤ ਜਾਂ ਨਾਟ ਪ੍ਰਣਾਲੀ, ਠੀਕ ਹੈ ਜੀ। ਇਸੇ ਤਰ੍ਹਾਂ ਫਿਰ ਵਾਰਤਕ ਪੜ੍ਹਾਉਣ ਦੀਆਂ ਵੱਖਰੀਆਂ ਵਿਧੀਆਂ ਨੇ, ਠੀਕ ਹੈ। ਇਸੇ ਤਰ੍ਹਾਂ ਨਾਟਕ ਪੜ੍ਹਾਉਣ ਦੀਆਂ ਵੱਖਰੀਆਂ ਵਿਧੀਆਂ ਨੇ। ਰੰਗਮੰਚ ਤੇ ਨਾਟਕ ਪੜ੍ਹਾਉਣਾ ਤਾਂ ਸਭ ਤੋਂ ਵਧੀਆ
ਵਿਧੀ ਮੰਨੀ ਜਾਂਦੀ ਹੈ ਸ਼੍ਰੇਣੀ ਅਭਿਨੈ ਪ੍ਰਣਾਲੀ, ਕਿ ਐਕਟ ਕਰੋ ਤੁਸੀਂ ਉਹਦੇ ਨਾਲ ਸਭ ਤੋਂ ਵਧੀਆ ਪੜ੍ਹਾ ਸਕੋਗੇ ਵਿਆਕਰਨ ਦੀਆਂ, ਕਿ ਵਿਆਕਰਨ 'ਚ ਸਭ ਤੋਂ ਵਧੀਆ ਵਿਧੀ ਕਿਹੜੀ ਮੰਨੀ ਜਾਂਦੀ ਹੈ ਜੀ? ਵਿਆਕਰਨ ਦੇ ਵਿੱਚ ਸਭ ਤੋਂ ਵਧੀਆ ਵਿਧੀ ਮੰਨੀ ਜਾਂਦੀ ਹੈਗੀ ਆ ਪ੍ਰਸੰਗਿਕ ਵਿਆਕਰਨ, ਜਾਂ ਮਤਲਬ ਪਹਿਲੇ ਨੰਬਰ ਤੇ ਮੰਨੀ ਜਾਂਦੀ ਹੈ ਵਿਵਹਾਰਕ ਵਿਆਕਰਨ, ਦੂਜੇ ਨੰਬਰ ਤੇ ਵਧੀਆ ਵਿਧੀ ਮੰਨੀ ਜਾਂਦੀ ਹੈਗੀ ਆ ਪ੍ਰਸੰਗਿਕ ਵਿਆਕਰਨ, ਤੀਜੇ ਨੰਬਰ ਤੇ ਆਉਂਦੀ ਹੈ ਸਿਧਾਂਤਕ ਵਿਆਕਰਨ, ਜਿਹੜੀ ਪਹਿਲਾਂ ਕਦੇ ਵੀ ਨਹੀਂ ਪੜ੍ਹਾਈ ਜਾਂਦੀ, ਲਾਸਟ ਤੇ ਪੜ੍ਹਾਈ ਜਾਂਦੀ। ਮਤਲਬ ਜਿਹੜੀ ਵਿਵਹਾਰਕ ਵਿਆਕਰਨ ਹੈ ਇਹ ਟਿਲ ਪਹਿਲੀ ਤੋਂ ਲੈ ਕੇ 5ਵੀਂ ਤੱਕ ਫੋਲੋ ਕੀਤੀ ਜਾਂਦੀ ਹੈ, ਖਾਸ ਕਰ ਪੰਜਾਬੀ ਦੇ ਲਈ। ਪ੍ਰਸੰਗਿਕ ਵਿਆਕਰਨ 6ਵੀਂ ਤੋਂ 8ਵੀਂ ਤੱਕ, ਸਿਧਾਂਤਕ ਵਿਆਕਰਨ 9ਵੀਂ ਤੋਂ ਲੈ ਕੇ 12ਵੀਂ ਤੱਕ। ਤਾਂ ਅਲੱਗ-ਅਲੱਗ ਤਰੀਕੇ ਆ, ਇਹਨੂੰ ਪੜ੍ਹਾਈ ਕਿਵੇਂ ਜਾਊਗੀ ਜਾਂ ਹੁੰਦੀ ਕੀ ਹੈ, ਇਹ ਆਪਾਂ ਕਲਾਸਾਂ 'ਚ ਡਿਸਕਸ ਕਰਾਂਗੇ, ਠੀਕ ਹੈ ਜੀ। ਇਸੇ ਤਰ੍ਹਾਂ ਟੀਚਿੰਗ ਏਡਸ ਤੁਸੀਂ ਬਹੁਤ ਵਾਰੀ ਪੜ੍ਹਦੇ ਹੋ, ਸੁਣਨ ਵਾਲੇ ਸਾਧਨ, ਰੇਡੀਓ ਟੇਪ ਗਰਾਡ ਵਗੈਰਾ ਸਾਰਾ ਕੁਛ, ਠੀਕ ਆ। ਤੇ ਆਹ ਜਿਹੜੀਆਂ ਨਵੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਹੁਣ ਨਹੀਂ ਦੱਸੂਗਾ, ਗ੍ਰਾਮੋਫੋਨ ਹੁੰਦਾ, ਲਿੰਗੂਆਫੋਨ ਹੁੰਦਾ, ਠੀਕ ਆ। ਇਸੇ ਤਰ੍ਹਾਂ ਜਿਹੜਾ ਕਹਿ ਲਈਏ ਕਿ ਜਾਦੂ ਦੀ ਲਾਲਟੈਨ ਹੁੰਦੀ ਆ, ਅੱਗੇ ਆਊਗਾ ਓਵਰਹੈਡ ਪ੍ਰੋਜੈਕਟਰ, ਐਪੀਡਾਇਸਕੋਪ, ਜਾਦੂ ਦੀ ਲਾਲਟੈਨ। ਤਾਂ ਇਹ ਮੁਲਾਂਕਣ ਤੇ ਪ੍ਰੀਖਿਆ ਇਵੈਲੂਏਸ਼ਨ, ਠੀਕ ਆ। ਕਿਵੇਂ ਬੱਚਾ ਮੁਲਾਂਕਣ ਵੱਡਾ ਹੁੰਦਾ ਜਾਂ ਪ੍ਰੀਖਿਆ ਵੱਡੀ ਹੁੰਦੀ ਹੈ, ਮੁਲਾਂਕਣ ਜ਼ਰੂਰੀ ਹੈ ਜਾਂ ਪ੍ਰੀਖਿਆ ਜ਼ਰੂਰੀ ਹੈ, ਮੁਲਾਂਕਣ ਦਾ ਉਦੇਸ਼ ਕੀ ਆ, ਪ੍ਰੀਖਿਆ ਦਾ ਉਦੇਸ਼ ਕੀ ਆ। ਪ੍ਰੀਖਿਆ ਤਾਂ ਜਿਹੜਾ ਕਹਿ ਲਈਏ ਕਿ ਕਿਸੇ ਨਿਯਮ ਦੇ ਅਧੀਨ ਨਹੀਂ ਰਹਿੰਦੀ, ਮਤਲਬ ਪ੍ਰੀਖਿਆ ਜਿਹੜੀ ਆ ਉਹ ਉਹਨੇ ਤਾਂ ਬੱਚੇ ਨੂੰ ਪ੍ਰਮੋਟ ਕਰਨਾ ਹੁੰਦਾ, ਪਾਸ ਕਰ ਦੇਣਾ ਹੁੰਦਾ, ਭਾਵੇਂ ਬੱਚਾ ਨੰਬਰ ਢੰਗ ਸਿਰ ਲਵੇ ਨਾ ਲਵੇ, ਭਾਵੇਂ ਨਕਲ ਮਾਰ ਕੇ ਪਾਸ ਹੋ ਜਾਵੇ, ਪ੍ਰੀਖਿਆ ਇਸ ਗੱਲ ਤੇ ਕੋਈ ਫੋਕਸ ਨਹੀਂ ਕਰਦੀ। ਇਵੈਲੂਏਸ਼ਨ ਜਿਹੜਾ ਮੁਲਾਂਕਣ ਹੈਗਾ ਉਹ ਫੋਕਸ ਕਰਦਾ ਕਿ ਜੇ ਬੱਚਾ 9ਵੀਂ ਤੋਂ 10ਵੀਂ ਚ ਹੋਇਆ ਕਿ ਨਾ, ਉਹਨੂੰ 9ਵੀਂ ਵਾਲਾ ਜੋ ਗਿਆਨ ਆਉਣਾ ਚਾਹੀਦਾ ਸੀ ਆਇਆ ਕਿ ਨਹੀਂ ਆਇਆ, ਇਹ ਇਵੈਲੂਏਸ਼ਨ ਦੱਸਦੀ ਹੈ। ਤਾਂ ਮੁਲਾਂਕਣ ਜਿਹੜਾ ਹਮੇਸ਼ਾ ਪ੍ਰੀਖਿਆ ਨਾਲ ਵੱਡਾ ਹੁੰਦਾ। ਇਸੇ ਤਰ੍ਹਾਂ ਫਿਰ ਹੋਰ ਕੀ ਹੈ, ਜਿਹੜਾ ਕਿ ਪਾਠ ਯੋਜਨਾ ਦੇ ਤਰੀਕੇ ਨੇ, ਸਕਿਨਰ ਨੇ ਦੱਸਿਆ ਜਾਂ ਜੈਕਸਨ ਨੇ ਅਵਸਥਾਵਾਂ ਦੀ ਗੱਲ ਕਰੀ ਹੈ, ਤਾਂ ਸਾਰਾ ਜਿਹੜਾ ਇਹ ਤਮਾਮ ਜਿਹੜਾ ਸਿਲੇਬਸ ਹੈਗਾ ਪੈਡਾਗੋਜੀ ਦਾ, ਜਿਹੜਾ ਸਾਡੇ ਲਈ ਜਿਹੜਾ ਪੜ੍ਹਨਾ ਜ਼ਰੂਰੀ ਹੈ, ਇਹ ਪੜ੍ਹੋਗੇ ਤਾਂ ਮੈਂ ਗਰੰਟੀ ਦਿੰਦਾ ਕਿ ਤੁਸੀਂ ਕਿਸੇ ਵੀ ਹਿਸਾਬ ਨਾਲ ਤੁਹਾਡੇ ਨੰਬਰ ਨਹੀਂ ਘਟਣਗੇ। ਪੈਡਾਗੋਜੀ ਦੇ ਜਿਹੜੇ ਸਵਾਲ ਹੈਗੇ ਆ, ਹੁਣ ਦੇਖੋ ਉਹਦੀ ਵੰਡ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ ਪਤਾ ਲੱਗ ਜੂਗੀ। ਸੰਭਾਵਨਾ ਤਾਂ ਇਹ ਹੈਗੀ ਹੈ ਕਿ ਦੇਖੋ ਜੇ 60 ਨੰਬਰ ਦੀ ਹੈਗੀ ਆ ਪੰਜਾਬੀ, ਮਤਲਬ ਹਾਂ ਆਪਣਾ ਜਿਹੜਾ ਸਬਜੈਕਟ ਹੈਗਾ 60 ਨੰਬਰ ਦਾ ਹੈਗਾ, ਤਾਂ ਜਿਹੜਾ ਕਹਿ ਲਈਏ ਕਿ ਉਹ 20 ਨੰਬਰ ਜਾਂ 25 ਨੰਬਰ ਤੱਕ ਦਾ ਪੈਡਾਗੋਜੀ ਦੇ ਸਵਾਲ ਆ ਸਕਦੇ ਆ, ਮਤਲਬ ਕਿ ਸਕੋਰਿੰਗ ਹੋਣਗੇ। ਮਤਲਬ ਕਿ ਤੁਸੀਂ ਪੈਡਾਗੋਜੀ ਨੂੰ ਇਗਨੋਰ ਕਰੋਗੇ ਤਾਂ ਜਿਹੜਾ ਕਹਿ ਦਈਏ ਕਿ ਸਵਾਲ ਜਿਹੜੇ ਨੰਬਰ ਘਟਣ ਦੇ ਚਾਂਸ ਵੱਧ ਜਾਣਗੇ। ਜੇ ਪੈਡਾਗੋਜੀ ਪੜ੍ਹੋਗੇ ਤਾਂ ਤੁਹਾਡਾ ਸਕਸੈਸ ਲਾਜ਼ਮੀ ਤੌਰ ਤੇ ਤੁਹਾਨੂੰ ਮਿਲੂਗੀ। ਅਧਿਨਕ ਗਦਰ ਤਨਾਕਰੇ +1 ਤੇ +2 ਦੀ ਕਿਤਾਬ ਹੈਗੀ ਆ। ਕਾਵ ਕੀਰਤੀ ਜਿਹੜੀ ਇਹ +2 ਦੀ, ਇਹ ਵੀ +2 ਦੀ ਕਿਤਾਬ ਵਿੱਚ ਕਵੀਆਂ ਦੇ ਨਾਂ ਨੇ, ਸਾਰੇ ਦਾ ਸਾਰਾ ਕੁਝ ਤੁਹਾਨੂੰ ਕਰਾਇਆ ਜਾਊਗਾ। ਤਾਂ ਹੁਣ ਮਸਲਾ ਹੈ ਕਿ ਤੁਸੀਂ HTET ਪਾਸ ਕਰਨਾ, ਠੀਕ ਹੈ। HTET ਪਾਸ ਕਰਨਾ ਕੋਈ ਬਹੁਤਾ ਮੁਸ਼ਕਲ ਨਹੀਂ ਹੈਗਾ। ਤੇ ਮਸਲਾ ਹੈ ਕਿ ਆਪਾਂ ਜਿਹੜਾ ਕਿ ਤੁਸੀਂ ਟਾਈਮ ਦੇ ਨਾਲ ਆਪਣੀ ਤਿਆਰੀ ਸ਼ੁਰੂ ਕਰੋ, ਠੀਕ ਹੈ। ਅੱਜ ਜਿਹੜਾ ਕਹਿ ਲਈਏ ਕਿ 30 ਤਰੀਕ ਹੈਗੀ ਆ, ਆਪਣੇ ਕੋਲੇ 1 ਮਹੀਨਾ ਹੈਗਾ, ਪਰ ਮਹੀਨਾ ਨਹੀਂ ਹੈ, ਤੁਹਾਨੂੰ ਰਿਵੀਜ਼ਨ ਦੇ ਲਈ ਵੀ ਟਾਈਮ ਮਿਲਣਾ ਹੈਗਾ। ਜਿਹੜਾ ਕਹਿ ਲਈਏ ਕਿ 20-25 ਦਿਨਾਂ ਦੇ ਵਿੱਚ ਸਾਰਾ ਆਪਾਂ ਕੰਮ ਸਮੇਟਣਾ, ਹੋ ਜਾਊਗਾ ਆਰਾਮ ਦੇ ਨਾਲ, ਕੋਈ ਮਸਲਾ ਨਹੀਂ ਹੈ। ਤੁਸੀਂ ਵੀ ਮਿਹਨਤ ਕਰੋਗੇ, ਮੈਂ ਤੁਹਾਡੇ ਨਾਲ ਜ਼ਿਆਦਾ ਮਿਹਨਤ ਕਰੂੰਗਾ, ਤੁਹਾਨੂੰ ਨੋਟਸ ਵੀ ਮਿਲਣਗੇ, ਤੁਹਾਨੂੰ ਤੁਹਾਡੇ ਟੈਸਟ ਵੀ ਲਏ ਜਾਣਗੇ, ਸਾਰਾ ਦਾ ਸਾਰਾ ਚੱਲੂਗਾ, ਠੀਕ ਹੈ। ਤੇ ਅਸੀਂ ਜਲਦੀ ਜਿਹੜਾ ਉਹ ਬੈਚ ਅਨਾਉਂਸ ਕਰਨ ਜਾ ਰਹੇ ਹਾਂ, ਤੇ ਤੁਸੀਂ ਅਕੈਡਮੀ ਦੇ ਨੰਬਰਾਂ ਤੇ ਜਿਹੜਾ ਕਹਿ ਲਈਏ ਕਿ ਕੋਈ ਵੀ ਵਧੇਰੇ ਜਾਣਕਾਰੀ ਉਹ ਤੁਸੀਂ ਲੈ ਸਕਦੇ ਹੋ। ਤੇ ਜਿੰਨੀ ਛੇਤੀ ਤੁਸੀਂ ਆਪਣੇ ਆਪ ਨੂੰ ਐਨਰੋਲ ਕਰਾ ਲਓਗੇ, ਉਨੀ ਛੇਤੀ ਹੀ ਆਪਾਂ ਇਹ ਬੈਚ ਸ਼ੁਰੂ ਕਰ ਲਵਾਂਗੇ ਤੇ ਉਨੀ ਛੇਤੀ ਤੁਸੀਂ ਆਪਣੀ ਤਿਆਰੀ ਮੁਕੰਮਲ ਕਰ ਲਓਗੇ। ਤੁਹਾਨੂੰ ਮੈਂ ਕੀ ਕਿਹਾ, ਤੁਹਾਡੇ ਲਈ ਤਿਆਰੀ ਕਰਨੀ ਜ਼ਰੂਰੀ ਆ, ਕਿਉਂਕਿ ਪੋਸਟਾਂ ਅੱਜ ਕੱਲ੍ਹ ਪੰਜਾਬੀ ਦੀ ਭਰਤੀ ਹੋ ਰਹੀ ਹੈ, ਅੱਗੇ ਵੀ ਪੰਜਾਬੀ ਦੀਆਂ ਪੋਸਟਾਂ ਆਉਣ ਦੀ ਸੰਭਾਵਨਾ ਹੈ। ਤੇ ਅਗਲੀ ਗੱਲ ਕਿ ਪੈਡਾਗੋਜੀ ਕਰੇ ਬਿਨਾ ਜਿਹੜਾ ਕਹਿ ਲਈਏ ਕਿ ਪੇਪਰ ਦੇ ਪਾਸ ਹੋਣ ਦੀ ਪਰਸੈਂਟੇਜ ਜਿਹੜੀ ਉਹ ਘਟ ਜੂਗੀ। ਪੈਡਾਗੋਜੀ ਪੜਾਂਗੇ ਤਾਂ ਹੀ ਜਿਹੜਾ ਪੇਪਰ ਪਾਸ ਹੋਊਗਾ। ਅਸੀਂ ਪੈਡਾਗੋਜੀ ਨੂੰ ਪੰਜਾਬੀ ਦੇ ਐਂਗਲ ਤੋਂ ਪੜ੍ਹਨਾ, ਬੜੇ ਮਸਲੇ ਹੈਗੇ ਉਹ ਸਾਰੇ ਦੇ ਸਾਰੇ ਆਪਾਂ ਡਿਸਕਸ ਕਰਾਂਗੇ। ਇਹ ਮੇਰਾ ਯਕੀਨ ਹੈ ਸਮਾਰਟ ਵਰਕ ਕਰਾਂਗੇ ਤਾਂ ਪੱਕਾ ਹੀ ਤੁਹਾਨੂੰ 60 ਦੇ ਵਿੱਚੋਂ 60 ਨੰਬਰ ਆਉਣਗੇ, ਠੀਕ ਹੈ। ਸਮਾਰਟ ਵਰਕ ਕਰਨ ਦਾ ਟਾਈਮ ਹੈ ਵਿਦਿਆਰਥੀਓ। ਦੂਸਰਾ ਕਿ ਟਾਈਮ ਅਜਿਹਾ ਕਿ ਨੌਕਰੀਆਂ ਜਿਹੜੀਆਂ ਘਟ ਰਹੀਆਂ ਹੈਗੀਆਂ, ਬਹੁਤ ਦੇਰ ਬਾਅਦ ਜਿਹੜੀਆਂ ਪੋਸਟਾਂ ਆਉਂਦੀਆਂ, ਖਾਸ ਕਰ ਪੰਜਾਬੀ ਦੀਆਂ, ਤੁਸੀਂ ਧਿਆਨ ਦਿਓਗੇ, ਜ਼ੋਰ ਦਿਓਗੇ ਤਾਂ ਡੈਫੀਨੇਟਲੀ ਜਲਦੀ ਨੌਕਰੀ ਲੈ ਲਓਗੇ। ਅਵੇਸਲੇ ਰਹੋਗੇ ਤਾਂ ਕਿਤੇ ਨਾ ਕਿਤੇ ਖੁੰਝ ਜਾਓਗੇ। ਸਮਾਂ ਲੰਘਦੇ ਦਾ ਪਤਾ ਨਹੀਂ ਲੱਗਦਾ ਹੁੰਦਾ, 5 ਸਾਲ ਕਦੋਂ ਲੰਘ ਜਾਂਦੇ ਆ, ਬੰਦਾ ਜਿਹੜਾ 20 ਤੋਂ 25 ਦਾ ਕਦੋਂ ਹੁੰਦਾ, 35 ਦਾ ਕਦੋਂ ਹੁੰਦਾ, ਐ ਹੁੰਦਾ 40 ਦਾ ਕਦੋਂ ਹੋ ਜਾਂਦਾ, ਨਹੀਂ ਪਤਾ ਲੱਗਦਾ, ਹਨਾ। ਇਸ ਕਰਕੇ ਸਮੇਂ ਨੂੰ ਸੰਭਾਲੋ, ਆਪਣੀ ਪੜ੍ਹਾਈ ਤੇ ਫੋਕਸ ਕਰੋ। HTET ਦਾ ਜਿਹੜਾ TGT ਪੰਜਾਬੀ ਤੇ PGT ਪੰਜਾਬੀ ਦੋਵਾਂ ਦਾ ਬੈਚ ਜਿਹੜਾ ਉਹ ਚੱਲੂਗਾ। HTET ਤੁਸੀਂ TGT ਪੰਜਾਬੀ ਦੀ ਵੀ ਤਿਆਰੀ ਕਰ ਸਕਦੇ ਹੈਗੇ ਹੋ, ਠੀਕ ਹੈ। HTET TGT ਪੰਜਾਬੀ ਦੀ ਤੇ ਜਿਹੜਾ ਕਹਿ ਲਈ ਕਿ ਲੈਵਲ 2 ਹੈ, ਤੇ ਉਸੇ ਤਰ੍ਹਾਂ PGT ਜਿਹੜਾ ਹੈਗਾ ਪੰਜਾਬੀ ਲੈਵਲ 3 ਜਿਹੜਾ ਹੈਗਾ, ਉਹਦੀ ਵੀ ਤੁਸੀਂ ਤਿਆਰੀ ਕਰ ਸਕਦੇ ਹੋ। ਇਹਦੇ ਲਈ ਤੁਸੀਂ ਜਿਹੜਾ ਕਿ ਅਕੈਡਮੀ ਦੇ ਨੰਬਰ ਜਿਹੜੇ ਹੈਗੇ ਉਹਨਾਂ ਤੇ ਸੰਪਰਕ ਕਰ ਸਕਦੇ ਹੋ।
ਇਹ YouTube ਚੈਨਲ ਤੇ ਤੁਹਾਨੂੰ ਨੰਬਰ ਜਿਹੜੇ ਡਿਸਪਲੇ ਕਰ ਦਿੱਤੇ ਜਾਣਗੇ ਤੇ ਤੁਸੀਂ ਜਿਹੜਾ ਕਹਿ ਦਈਏ ਕਿ ਉਹਨਾਂ ਟਾਈਮ ਇਹ ਕੰਮ ਕਰਨਾ ਕਿ ਪਲੇ ਸਟੋਰ ਤੇ ਜਾਣਾ, ਪਲੇ ਸਟੋਰ ਦੇ ਉੱਪਰ ਜਾ ਕੇ ਤੁਸੀਂ ਇੱਕ ਐਪ ਡਾਊਨਲੋਡ ਕਰਨੀ ਆ, ਅਚੀਵਰਸ ਅਕੈਡਮੀ ਦੀ ਜਿਹੜੀ ਉਹ ਐਪ ਹੈਗੀ ਹੈ ਪਲੇ ਸਟੋਰ ਤੇ ਤੁਹਾਨੂੰ ਮਿਲ ਜੂਗੀ। ਠੀਕ ਆ, ਉਹਦੇ ਚ ਸਾਰੇ ਦੇ ਸਾਰੇ ਬੈਚਸ ਸਾਰੀ ਡਿਟੇਲ ਉਹਦੇ ਚ ਤੁਹਾਨੂੰ ਮਿਲ ਜੂਗੀ। ਠੀਕ ਆ, ਦੋਨੇ ਪੱਧਰਾਂ ਦੇ ਪੇਪਰ ਦੀ ਤਿਆਰੀ ਕਰਾਈ ਜਾਊਗੀ, ਚੰਗੇ ਤਰੀਕੇ ਨਾਲ ਕਰਾਈ ਜਾਊਗੀ। ਜਿੰਨੀ ਛੇਤੀ ਆਉਂਗੇ ਉਨੀ ਛੇਤੀ ਆਪਾਂ ਬੈਚ ਸ਼ੁਰੂ ਕਰ ਦਾਂਗੇ। ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਤੁਹਾਡੇ ਭਵਿੱਖ ਦੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ। ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ।